पैड़ी घर गहने सब का बेच के असीं तां अज भुखे मरदे। जे मेरे कोल पर नोटां दा थब्बा पिया, मैं लोग पैसे मंगदे, हत्थन सवेर ब्याज मंगदे, मैं कित्थों देवां लोकां नूं। मेरे पापा डिप्रैशन च जा चुके हैं तो वो हुण एक दो बारी सुसाइड की भी ट्राई कर चुके हैं। पापा ने ट्रैक्टर बेचा, मम्मी ने अपने गहने गिरवी रखे। मेरा मुंडा तो 2-2 लाख रुपया डॉलर कमाउंदा, कहंदा मेरा की कर लैणगे, मैं तो कोर्ट कचहरियां च इन्हां नूं आई घड़ीसी फिरना दा। उदों कहंदे सीगे कि असीं इत्थे रख लांगे पर असीं कदे मुंडे कोल नहीं भेजांगे, ना साडा मुंडा इधर आऊगा। साडा मुंडा कनेडा चों आया सीगा, तुसीं सानूं कुछ दित्ता नहीं, सानूं जां 10 लाख रुपया दो जां सानूं स्कार्पियो गड्डी दो। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਲਵਪ੍ਰੀਤ ਸਿੰਘ ਬੇਅੰਤ ਕੌਰ ਦਾ ਮਾਮਲਾ ਸਾਹਮਣੇ ਆਇਆ ਹੈਗਾ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਧੜਾ ਧੜ ਜਿਹੜੇ ਇਹ ਮਾਮਲੇ ਆ ਆਉਣੇ ਸ਼ੁਰੂ ਹੋ ਗਏ। ਪਰ ਜੇ ਅਸੀਂ ਪਿਛਲੇ ਦਹਾਕੇ ਦੀ ਗੱਲ ਕਰਦੇ ਹਾਂ, ਪਹਿਲਾਂ ਪੰਜਾਬ ਦੇ ਵਿੱਚ ਕਬੂਤਰਬਾਜੀ ਵਾਲਾ ਬੜਾ ਟਰੈਂਡ ਚੱਲਿਆ। ਪੰਜਾਬ ਨੂੰ ਜਿਹੜੀ ਇਹ ਪ੍ਰਵਾਸ ਦੀ ਚੀਜ਼ ਆ, ਇੱਕ ਪਾਸੇ ਸਰਕਾਰਾਂ ਦੀ ਬੇਰੁਜ਼ਗਾਰੀ, ਸਰਕਾਰਾਂ ਕਰਕੇ ਸਾਨੂੰ ਬੇਰੁਜ਼ਗਾਰ ਰਿਹਾ ਸਾਡਾ ਨੌਜਵਾਨ, ਪ੍ਰਵਾਸ ਹੋਇਆ ਪੰਜਾਬ ਦੇ ਵਿੱਚੋਂ, ਤੇ ਉਸ ਤੋਂ ਬਾਅਦ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਗੀਆਂ ਹੋ ਰਹੀਆਂ, ਕਿਉਂਕਿ ਜਿਹੜੇ ਧੋਖਾਧੜੀ ਕਰ ਰਹੇ ਆ ਉਹ ਵੀ ਪੰਜਾਬੀ ਆ, ਤੇ ਜਿਨ੍ਹਾਂ ਨਾਲ ਧੋਖਾਧੜੀ ਹੋ ਰਹੀ ਆ ਉਹ ਵੀ ਪੰਜਾਬੀ ਨੇ। ਜਿਹੜਾ ਇਹ ਪੰਜਾਬ ਦੇ ਖੂਨ ਦੇ ਵਿੱਚ ਗੰਧਲਾਪਣਾ ਆ ਚੁੱਕਿਆ ਗਾ, ਇਹਦਾ ਜ਼ਿੰਮੇਵਾਰ ਅਸਲ ਦੇ ਵਿੱਚ ਕੌਣ ਆ? ਜਿੱਥੇ ਲਵਪ੍ਰੀਤ ਦੇ ਮਾਮਲੇ ਦੇ ਵਿੱਚ ਇੱਕ ਪਾਸੇ ਕੁੜੀ ਨੂੰ ਦੋਸ਼ੀ ਦੱਸਿਆ ਜਾ ਰਿਹਾ ਹੈਗਾ, ਦੂਜੇ ਪਾਸੇ ਅੱਜ ਅਸੀਂ ਜਿਸ ਘਰ ਦੇ ਵਿੱਚ ਮੌਜੂਦ ਆ, ਇਹ ਜ਼ਿਲ੍ਹਾ ਮੋਗਾ ਦਾ ਪਿੰਡ ਹੈ। ਜ਼ਿਲ੍ਹਾ ਮੋਗਾ ਦਾ ਪਿੰਡ ਤਤਾਰੀ ਵਾਲਾ, ਤੇ ਨਾਲ ਹੀ ਲੱਗਦਾ ਇਹਦੇ ਪਿੰਡ ਹੈ ਰੌਲੀ, ਇਹ ਵੀ ਮੋਗਾ ਜ਼ਿਲ੍ਹਾ ਦਾ ਪਿੰਡ ਹੈ। ਇਹ ਮਾਮਲਾ ਬਿਲਕੁਲ ਬੇਅੰਤ ਕੌਰ ਲਵਪ੍ਰੀਤ ਦੇ ਮਾਮਲੇ ਦੇ ਬਿਲਕੁਲ ਉਲਟ ਮਾਮਲਾ ਗਾ। ਇੱਥੇ ਲੜਕੀ ਦਾ ਨਾਮ ਆ ਰਮਨਦੀਪ ਕੌਰ ਤੇ ਲੜਕੇ ਦਾ ਨਾਮ ਆ ਮਨਪ੍ਰੀਤ ਸਿੰਘ। ਲੜਕੀ ਆ ਪਿੰਡ ਤਤਾਰੀ ਵਾਲੇ ਤੋਂ, ਤੇ ਲੜਕਾ ਗਾ ਮਨਪ੍ਰੀਤ ਸਿੰਘ ਪਿੰਡ ਰੌਲੀ ਤੋਂ। ਕੀ ਮਾਮਲਾ ਗਾ, ਕੀ ਇਹਨਾਂ ਦੀ ਹੱਡ ਬੀਤੀ ਆ, ਤੇ ਕਿੰਨੇ ਸਾਲ ਹੋ ਗਏ ਇਸ ਪਰਿਵਾਰ ਦਾ ਜਿਹੜਾ ਹਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ। ਪੰਚਾਇਤਾਂ ਵੀ ਹੋਈਆਂ, ਦਰਖਾਸਤ ਵੀ ਦਿੱਤੀ ਗਈ, ਪਰ ਮਾਮਲਾ ਕਿੱਥੇ ਉਲਝਿਆ ਹੋਇਆ। ਸਾਡੇ ਨਾਲ ਰਮਨਦੀਪ ਕੌਰ ਮੌਜੂਦ ਨੇ, ਉਹਨਾਂ ਦੇ ਮਾਤਾ ਜੀ ਮੌਜੂਦ ਨੇ, ਤੇ ਜਿਨ੍ਹਾਂ ਨੇ ਇਹ ਰਿਸ਼ਤਾ ਕਰਾਇਆ ਸੀ ਵਿਚੋਲਾ ਸਾਹਿਬ ਵੀ ਮੌਜੂਦ ਨੇ, ਤੇ ਹੋਰ ਵੀ ਜਿਹੜੇ ਮੋਹਤਵਾਰ ਨੇ ਪੰਚਾਇਤ ਦੇ ਉਹ ਵੀ ਮੌਜੂਦ ਨੇ। ਗੱਲਬਾਤ ਕਰਾਂਗੇ ਵੀ ਅਸਲ ਦੇ ਵਿੱਚ ਰੌਲਾ ਕੀ ਆ। ਰਮਨ ਜੀ, ਤੁਹਾਡੀ ਮੈਰਿਜ 2017 ਦੇ ਵਿੱਚ ਹੁੰਦੀ ਹੈ? ਆ ਮੈਰਿਜ 18 ਚ ਹੋਈ ਆ, 9 ਤਰੀਕ 2018 ਚ। ਕੀ ਮਾਮਲਾ ਸਾਰਾ, ਕੀ ਮਾਮਲਾ ਜੀ? ਹਾਂਜੀ, ਤੇ ਅਸੀਂ 2014 ਚ ਮੈਂ +2 ਕਰਕੇ ਹਟੀ ਸੀਗੀ, ਤੇ ਉਦੋਂ ਬਾਅਦ ਮੈਂ ਅੱਗੇ ਸਟੱਡੀ ਦਾ ਸੋਚ ਰਹੀ ਸੀ, ਮਤਲਬ ਆਈਲੈਟਸ ਕਰ ਰਹੀ ਸੀ, ਪਰ ਬੈਂਡ ਮੇਰੀ ਕਲੀਅਰ ਨਹੀਂ ਹੋਈ। ਤੇ ਅਸੀਂ ਇੱਥੇ ਸੰਤਾਂ ਦੇ ਰੌਲੀ ਉੱਥੇ ਜਾਂਦੇ ਹੁੰਦੇ ਸੀ, ਤੇ ਉੱਥੇ ਸਾਨੂੰ ਮੱਸਾ ਸਿੰਘ ਜੋ ਕਿ ਅੰਕਲ, ਉਹ ਉੱਥੇ ਆਉਂਦੇ ਹੁੰਦੇ ਸੀਗੇ। ਤੇ ਇਹਨਾਂ ਨੂੰ ਉਹਨਾਂ ਨੇ ਮਨਪ੍ਰੀਤ ਸਿੰਘ ਦੇ ਬੈਂਡ ਆਈ ਹੋਈ ਸੀ, ਉਹਨੇ ਆਈਲੈਟਸ ਕੀਤੀ ਹੋਈ ਸੀਗੀ, ਉਹਦੇ 5.5 ਬੈਂਡ ਸੀਗੇ। ਤੇ ਉਹਨੇ ਆ ਕੇ ਵੀ ਉਹਨਾਂ ਨੇ ਕਿਹਾ ਕਿ ਸਾਨੂੰ ਸਪੋਂਸਰਸ਼ਿਪ ਲੈ ਕੇ ਦਿੱਤੀ ਜਾਵੇ। ਉਹਨਾਂ ਨੇ ਨਾ ਮੱਸਾ ਸਿੰਘ ਅੰਕਲ ਕੋਲੇ ਗੱਲ ਕੀਤੀ, ਤਾਂ ਉਹਨਾਂ ਅੰਕਲ ਨੇ ਮੇਰੀ ਫੈਮਿਲੀ ਤੱਕ ਪਹੁੰਚ ਕੀਤੀ ਵੀ ਇੱਦਾਂ ਕਰਕੇ ਆਪਣੇ ਮੁੰਡੇ ਦੀ ਦੱਸ ਪੈ ਰਹੀ ਆ, ਵੀ ਜੇ ਤੁਸੀਂ ਖਰਚਾ ਕਰ ਸਕਦੇ ਆ ਤਾਂ ਦੇਖ ਲਓ। ਤੇ ਫਿਰ ਮੇਰੀ ਫੈਮਿਲੀ ਨੇ ਸੋਚਿਆ ਵੀ ਚਲੋ ਕੁੜੀ ਦਾ ਜਾਂ ਘਰ ਦਾ ਪਰਿਵਾਰ ਦਾ ਕੋਈ ਬਣ ਜੂਗਾ, ਤਾਂ ਉਹਨਾਂ ਨੇ ਫਿਰ ਵੀ ਕਹਿਤਾ ਵੀ ਠੀਕ ਹੈ, ਆਪਾਂ ਗੱਲ ਕਰ ਲੈਂਦੇ ਹਾਂ। ਅਤੇ ਜਦੋਂ ਦੋਨੇ ਫੈਮਲੀਆਂ ਵੀ ਸਾਡਾ ਹੋ ਗਈ, ਗੱਲਬਾਤ ਹੋ ਗਈ, ਫਿਰ ਅਸੀਂ ਉੱਥੇ ਬੈਠ ਕੇ ਰੌਲੀ ਉੱਥੇ ਗੁਰੂ ਘਰ ਵਿੱਚ ਬੈਠ ਕੇ ਵੀ ਕੀਤੀ। ਵੀ ਸਾਨੂੰ ਇਹ ਸੀ ਕਿ ਚੱਲ ਗੁਰੂ ਤੋਂ ਵੱਡਾ ਤਾਂ ਕੁਛ ਹੋ ਨਹੀਂ ਸਕਦਾ, ਪਰ ਸਾਨੂੰ ਇਹ ਨਹੀਂ ਪਤਾ ਸੀਗਾ ਵੀ ਉਹ ਗੁਰੂ ਘਰ ਬੈਠ ਕੇ ਵੀ ਐਡਾ ਗਲਤ ਕੰਮ ਕਰਨਗੇ। ਫਿਰ ਉਹ 2017 ਚ ਮਨਪ੍ਰੀਤ ਦਾ ਵੀਜ਼ਾ ਆ ਗਿਆ ਸੀਗਾ, ਤੇ 2017 ਚ ਉਹ ਉੱਥੇ ਚਲਾ ਗਿਆ। 1 ਸਾਲ ਬਾਅਦ ਵਾਪਸ ਆਇਆ 2018 ਚ। 2018 9 ਤਰੀਕ ਅਪ੍ਰੈਲ ਦਾ ਮੰਥ ਸੀ, ਤੇ ਉਦੋਂ ਉਹਨਾਂ ਨੇ ਮੈਰਿਜ ਮੇਰੇ ਨਾਲ ਹੋਈ ਆ। ਕਿੱਥੇ ਗਏ ਨੇ ਉਹ? ਕੈਨੇਡਾ? ਹਾਂਜੀ, ਕੈਨੇਡਾ ਵਿਨੀਪੈਗ ਗਏ ਸੀਗੇ। 14 ਲੱਖ ਲਈ ਸਪੋਂਸਰ ਲੈ ਕੇ ਦਿੱਤੀ ਸੀ ਉਹਨਾਂ ਨੂੰ, ਜੋ ਅਸੀਂ ਆਪਣੇ ਵੱਲੋਂ ਲੈ ਕੇ ਦਿੱਤੀ ਸੀ। ਗੱਲ ਇਹੀ ਹੋਈ ਸੀ ਕਿ ਖਰਚਾ ਸਾਡੇ ਵੱਲੋਂ ਹੋਊਗਾ। ਤੇ ਬਾਅਦ 'ਚੋਂ ਸਾਲ ਬਾਅਦ ਵਾਪਸ ਆ ਗਏ। ਫਿਰ 7 ਤਰੀਕ ਅਪ੍ਰੈਲ ਨੂੰ ਮੇਰੀ ਉਹਨਾਂ ਨਾਲ ਪਹਿਲਾਂ ਰਿੰਗ ਸੈਰਮਨੀ ਹੋਈ, ਫਿਰ 9 ਤਰੀਕ ਅਪ੍ਰੈਲ ਨੂੰ ਮੇਰੀ 2018 'ਚ ਉਹਨਾਂ ਨਾਲ ਮੈਰਿਜ ਹੋਈ ਸੀਗੀ। ਮੈਰਿਜ ਤੋਂ 20 ਕੁ ਦਿਨ ਮੈਂ ਉੱਥੇ ਰਹੀ ਹਾਂ, ਕਿਉਂਕਿ ਮੈਰਿਜ ਤੋਂ 2-3 ਦਿਨ ਬਾਅਦ ਹੀ ਉਹਨਾਂ ਦਾ ਬਿਹੇਵੀਅਰ ਬਹੁਤ ਜ਼ਿਆਦਾ ਚੇਂਜ ਹੋ ਗਿਆ ਸੀਗਾ ਮੇਰੇ ਪ੍ਰਤੀ।
ਉਹ ਬਹੁਤ ਮਤਲਬ ਉਹਨਾਂ ਦੀ ਸਿਸਟਰ ਸੀਗੀ ਜੋ ਬਹੁਤ ਜ਼ਿਆਦਾ ਮੇਰੇ ਨਾਲ ਗਾਲੀ ਗਲੋਚ ਕਰਦੀ ਸੀ ਕਿ ਤੁਸੀਂ ਸਾਨੂੰ ਕੁਝ ਦਿੱਤਾ ਨਹੀਂ, ਸਾਡਾ ਮੁੰਡਾ ਕੈਨੇਡਾ 'ਚੋਂ ਆਇਆ ਸੀਗਾ, ਤੁਸੀਂ ਸਾਨੂੰ ਕੁਝ ਦਿੱਤਾ ਨਹੀਂ, ਸਾਨੂੰ ਜਾਂ ਤਾਂ 10 ਲੱਖ ਰੁਪਈਆ ਦਿਓ ਜਾਂ ਸਾਨੂੰ ਸਕਾਰਪੀਓ ਗੱਡੀ ਦਿਓ। ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਫੈਮਿਲੀ ਨੇ ਤਾਂ ਪਹਿਲਾਂ ਹੀ ਸਾਰਾ ਕੁਝ ਗਹਿਣੇ ਕਰਕੇ ਜ਼ਮੀਨ ਵੀ ਗਹਿਣੇ ਕੀਤੀ ਕਿ ਪਾਪਾ ਨੇ ਟਰੈਕਟਰ ਵੇਚਿਆ, ਮੰਮੀ ਨੇ ਆਪਣੇ ਗਹਿਣੇ ਗਿਰਵੀ ਰੱਖੇ, ਵੀ ਸਾਰਾ ਕੁਝ ਕਰਕੇ ਖਰਚਾ ਕੀਤਾ ਵੀ ਹੁਣ ਅਸੀਂ ਇਹ ਦੋ ਵੱਧ ਹੋਰ ਕੀ ਕਰ ਸਕਦੇ। ਕਹਿੰਦੇ ਨਹੀਂ, ਜੇ ਤੂੰ ਅੱਗੇ ਰੱਖਣਾ ਸਾਡੇ ਮੁੰਡੇ ਨਾਲ ਰਹਿਣਾ ਵਾ ਤਾਂ ਤੂੰ ਜਾਂ ਤਾਂ ਗੱਡੀ ਲੈ ਕੇ ਦਿਓ ਤੇ ਜਾਂ ਸਾਨੂੰ 10 ਲੱਖ ਰੁਪਈਆ ਦਿਓ। ਉਹਦੀ ਜੋ ਕਿ ਰਿਕਾਰਡਿੰਗ ਮੇਰੇ ਕੋਲੇ ਬਕਾਇਦਾ ਪਈ ਹੈ ਵੀ ਉਹ ਪੈਸੇ ਮੰਗ ਰਹੀ ਆ। ਤੇ ਉਦੋਂ ਬਾਅਦ ਫਿਰ ਮੈਂ ਉਹਨਾਂ ਨੂੰ ਮੈਂ ਅੰਕਲ ਨਾਲ ਗੱਲ ਕੀਤੀ, ਮੈਂ ਇਹਨਾਂ ਨੂੰ ਕਾਲ ਕਰਕੇ ਕਿਹਾ ਵੀ ਇੱਦਾਂ ਮੇਰੇ ਨਾਲ ਕੁੱਟਮਾਰ ਕਰਦੇ ਨੇ, ਮੈਨੂੰ ਗਾਲੀ ਗਲੋਚ ਕਰਦੇ ਆ, ਕੁੱਟਦੇ ਮਾਰਦੇ ਵੀ। ਹਾਂਜੀ। ਤੇ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਫਿਰ ਇਹਨਾਂ ਨੇ ਉਹਨਾਂ ਕੋਲ ਜਾ ਕੇ ਗੱਲਬਾਤ ਕੀਤੀ ਵੀ ਹਾਂ ਵੀ ਤੁਸੀਂ ਵੀ ਇੱਦਾਂ ਕਾਹਤੋਂ ਕਰ ਰਹੇ ਆ। ਕਹਿੰਦੇ ਤੁਸੀਂ ਕਿਹੜਾ ਸਾਨੂੰ ਸਕਾਰਪੀਓ ਗੱਡੀ ਦਿੱਤੀ ਹੈ ਜੋ ਸਾਨੂੰ ਇੱਦਾਂ ਗੱਲ ਕਰ ਰਹੇ ਆ, ਸਾਡਾ ਮੁੰਡਾ ਤਾਂ ਵੀ ਅੱਜ ਕੈਨੇਡਾ 'ਚੋਂ ਆਇਆ, 40 ਲੱਖ ਰੁਪਈਆ ਮਿਲਦਾ, ਤੁਸੀਂ ਸਾਨੂੰ ਵਾਸਤੇ ਉਹਨਾਂ ਕੁਛ ਕੀਤਾ ਨਹੀਂ। ਜਦੋਂ ਕਿ ਅਸੀਂ ਐਟ ਏ ਟਾਈਮ ਉਹਨਾਂ ਨੇ ਸਾਨੂੰ ਪਹਿਲਾਂ ਅਸੀਂ ਘਰ ਦੀ ਮੈਰਿਜ ਰੱਖੀ ਸੀਗੀ, ਬਟ ਐਟ ਏ ਟਾਈਮ ਉਹਨਾਂ ਨੇ ਕਿਹਾ ਕਿ ਅਸੀਂ ਪੈਲਸ ਦਾ ਵਿਆਹ ਲੈਣਾ ਵਾ। ਫਿਰ ਅਸੀਂ ਪੈਲਸ ਦਾ ਹੀ ਵਿਆਹ ਦਿੱਤਾ ਸੀਗਾ, ਸਾਰਾ ਖਰਚਾ ਟੋਟਲੀ ਖਰਚਾ ਸਾਡੇ ਵੱਲੋਂ ਕੀਤਾ ਗਿਆ ਸੀਗਾ। ਤੇ ਰਿੰਗ ਸੈਰੇਮਨੀ ਦਾ ਵੀ ਜੋ ਵੀ ਖਰਚਾ ਸੀਗਾ ਉਹ ਵੀ ਸਾਡੇ ਵੱਲੋਂ ਕੀਤਾ ਗਿਆ। ਫਿਰ ਉਸ ਤੋਂ ਬਾਅਦ ਮਨਪ੍ਰੀਤ ਮੈਨੂੰ ਬਾਅਦ 'ਚ ਮੈਂ ਅੰਕਲ ਨਾਲ ਗੱਲ ਕੀਤੀ, ਫਿਰ 20-25 ਦਿਨ ਬਾਅਦ ਅੰਕਲ ਕਹਿੰਦੇ ਚਲੋ ਮੈਂ ਤੈਨੂੰ ਉੱਥੇ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਇਹਨਾਂ ਨੂੰ ਛੱਡ ਆਓ, ਉੱਥੇ ਪਿੰਡ ਛੱਡ ਆਓ, 2-4 ਦਿਨ ਲਾ ਆਊਗੀ। ਫਿਰ ਅੰਕਲ ਮੈਨੂੰ ਇੱਥੇ ਛੱਡ ਗਏ ਸੀਗੇ, ਪਿੰਡ ਆ ਗਏ ਸੀ ਮੈਂ। ਹਾਂਜੀ, ਪੇਕੇ ਘਰ ਆ ਗਈ ਸੀਗੀ ਮੈਂ। ਤੇ ਉਸ ਤੋਂ ਬਾਅਦ ਫਿਰ ਉਹ ਮਨਪ੍ਰੀਤ ਤਾਂ ਚਲਾ ਗਿਆ, ਮੈਨੂੰ ਨਹੀਂ ਦੱਸਿਆ, ਨਾ ਮੇਰੀ ਫੈਮਿਲੀ ਨੂੰ ਪਤਾ, ਨਾ ਇਹਨਾਂ ਨੂੰ ਅੰਕਲ ਨੂੰ ਪਤਾ ਸੀਗਾ ਕਿ ਉਹ ਵਾਪਸ ਚਲਾ ਗਿਆ। ਤੁਹਾਨੂੰ ਬਿਨਾਂ ਦੱਸੇ ਜਹਾਜ਼ ਚੜ੍ਹ ਗਿਆ। ਹਾਂਜੀ, ਉਹਦੀ ਮੰਮੀ ਨਾਲ ਚਲੇ ਗਏ ਸੀ, ਪਾਪਾ ਇੱਥੇ ਸੀ, ਸਿਸਟਰ ਵੀ ਇੱਥੇ ਸੀਗੇ, ਮੰਮੀ ਨੂੰ ਨਾਲ ਲੈ ਗਏ। ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਾਲ ਕੀਤੀ ਤਾਂ ਉਹਨਾਂ ਨੇ 1-2 ਵਾਰੀ ਮੇਰੇ ਨਾਲ ਗੱਲ ਹੀ ਹੋਈ ਸੀ। ਮੈਂ ਕਿਹਾ ਤੁਸੀਂ ਮੈਨੂੰ ਦੱਸ ਕੇ ਨਹੀਂ ਗਏ ਜਾਂ ਕਿਵੇਂ, ਤੇ ਉਹ ਕਹਿੰਦੇ ਸੀ ਤੁਸੀਂ ਗੱਡੀ ਨਹੀਂ ਦਿੱਤੀ ਜਾਂ 10 ਲੱਖ ਰੁਪਈਆ ਦੇਣਾ ਸੀਗਾ, ਤਾਂ ਤੁਸੀਂ ਸਾਡੇ ਜਿੰਨਾ ਅਸੀਂ ਕਰਾਉਣਾ ਚਾਹੁੰਦੇ, ਜਿੰਨਾ ਸਾਡਾ ਮੁੰਡਾ ਕੈਨੇਡਾ 'ਚੋਂ ਆਇਆ ਸੀਗਾ ਤੁਸੀਂ ਉਹ ਵੀ ਕੀਤਾ ਨਹੀਂ ਹੈਗਾ, ਸਾਨੂੰ ਕੋਈ ਦਾਜ ਦਹੇਜ ਨਹੀਂ ਦਿੱਤਾ। ਉਸ ਤੋਂ ਬਾਅਦ ਫਿਰ ਜਦੋਂ ਚਲਾ ਗਿਆ, ਫਿਰ ਇਹਨਾਂ ਨੇ ਅੰਕਲ ਨੇ ਜਾ ਕੇ ਉਹਨਾਂ ਨਾਲ ਗੱਲਬਾਤ ਫਿਰ ਕੀਤੀ ਵੀ ਤੁਸੀਂ ਕਿਉਂ ਇੱਦਾਂ ਵੀ ਕਰ ਰਹੇ ਆ, ਆਪਾਂ ਪੂਰਾ ਵਧੀਆ ਵਿਆਹ ਕੀਤਾ, ਸਾਰਾ ਕੁਛ ਕੀਤਾ, ਉਹਨਾਂ ਨੇ ਤਾਂ ਸਾਰਾ ਕੁਛ ਗਹਿਣੇ ਰੱਖਿਆ ਪਿਆ ਵਾ, ਪਰ ਉਹਨਾਂ ਨੇ ਕੋਈ ਗੱਲ ਹੀ ਨਹੀਂ ਮੇਰੀ ਸੁਣੀ। ਤੇ ਫਿਰ ਉਹ ਚਲਾ ਗਿਆ। ਫਿਰ ਉੱਥੇ ਜਾ ਕੇ ਉਹਨੇ ਬਾਅਦ 'ਚ ਆਪਣਾ ਕੰਟੈਕਟ ਨੰਬਰ ਵਗੈਰਾ ਸਭ ਕੁਝ ਚੇਂਜ ਕਰ ਲਿਆ। ਕਿਹੜੇ ਸੰਨ 'ਚ ਉਹ ਵਾਪਸ ਜਾਂਦੇ ਨੇ? 2018 ਚ ਚਲੇ ਗਏ ਸੀਗੇ। ਜਦੋਂ 18 'ਚ ਉਹ ਵਾਪਸ ਉਧਰ ਪਹੁੰਚਦੇ ਨੇ, ਉਦੋਂ ਬਾਅਦ ਤੁਹਾਡੀ ਕੋਈ ਗੱਲਬਾਤ ਹੋਈ? 1-2 ਵਾਰੀ ਹੋਈ ਸੀ ਬਸ, 1 ਜਾਂ 2 ਵਾਰੀ ਹੋਈ ਸੀ। ਹਾਂਜੀ, ਫੋਨ ਆਇਆ? ਹਾਂਜੀ, ਫੋਨ ਮਤਲਬ ਇੱਧਰ ਵੀ ਮੈਂ ਹੀ ਕੀਤਾ ਸੀਗਾ। ਤੇ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਇੱਦਾਂ ਮੇਰੇ ਨਾਲ ਗੱਲ ਕਰੇ ਵੀ ਤੂੰ ਮੈਨੂੰ ਦੱਸ ਕੇ ਨਹੀਂ ਗਏ। ਫਿਰ ਉਹ ਕਹਿੰਦਾ ਕਿ ਨਹੀਂ, ਜੋ ਵੀ ਕਰ ਰਹੇ ਆ ਮੇਰੀ ਫੈਮਿਲੀ ਆ ਤੇਰੇ ਲਈ ਕਰ ਰਹੇ ਆ, ਆਪਣੇ ਫਿਊਚਰ ਲਈ ਕਰ ਰਹੇ ਆ, ਤੂੰ ਕੋਈ ਨਾ ਤੂੰ ਕਰ ਲੈ, ਪ੍ਰਬੰਧ ਕਰ ਲੈ। ਮੈਂ ਕਿ ਮੈਂ ਕਿੱਥੋਂ ਪ੍ਰਬੰਧ ਕਰਾਂ, ਵੀ ਇੰਨਾ ਤਾਂ ਖਰਚਾ ਹੋ ਚੁੱਕਾ ਮੇਰੀ ਫੈਮਿਲੀ ਦਾ। ਪਰ ਉਹਨੇ ਫਿਰ ਕੋਈ ਗੱਲ ਨਹੀਂ ਸੀ। 39 ਲੱਖ ਰੁਪਇਆ ਲੱਗ ਚੁੱਕਾ ਸੀਗਾ ਟੋਟਲੀ ਮੈਰਿਜ ਸਣੇ। ਕਿੰਨੇ ਪੈਸੇ ਲੱਗੇ ਸੀ? 39 ਲੱਖ ਰੁਪਇਆ ਸਣੇ ਸਪਾਂਸਰ ਤੇ ਜੋ ਮੈਰਿਜ ਤੇ ਜੋ ਵੀ ਖਰਚਾ ਹੈ, ਟੋਟਲੀ ਖਰਚਾ ਸਾਰਾ, ਟੋਟਲੀ ਖਾਣ ਪੀਣ ਜੋ ਜਿੰਨਾ ਵੀ ਖਰਚਣਾ ਸਾਰਾ ਸਾਡੇ ਵੱਲੋਂ ਕੀਤਾ ਗਿਆ ਸੀਗਾ। 39 ਲੱਖ ਰੁਪਇਆ ਲੱਗ ਚੁੱਕਾ ਸੀ ਤੇ ਹਜੇ ਉਹ ਉੱਪਰੋਂ ਹੋਰ 10 ਲੱਖ ਰੁਪਇਆ ਤੇ ਸਕਾਰਪੀਓ ਗੱਡੀ ਮੰਗਦੇ ਸੀ। ਜਿਹੜਾ ਤੁਸੀਂ ਕਹਿ ਰਹੇ ਹੋ ਵੀ ਤੁਹਾਨੂੰ ਕੁੱਟਿਆ ਮਾਰਿਆ ਗਿਆ, ਉਹ ਕਿੰਨਾ ਵੱਲੋਂ ਕੁੱਟਿਆ ਮਾਰਿਆ? ਉਹਦੀ ਸਿਸਟਰ ਤੇ ਮੰਮੀ। ਪਾਪਾ ਵੀ ਇਹਨਾਂ ਪਾਪਾ ਦਾ ਨੇਚਰ ਵੀ ਕੁਛ ਮੇਰੇ ਪ੍ਰਤੀ ਵਧੀਆ ਨਹੀਂ ਸੀ, ਉਹ ਵੀ ਗਾਲੀ ਗਲੋਚ ਤਾਂ ਉਹ ਵੀ ਕਰਦੇ ਸੀ। ਮੈਰਿਜ ਤੋਂ ਬਾਅਦ ਕਿੰਨੇ ਦਿਨ ਬਾਅਦ ਦੀ ਗੱਲ ਆ? ਮੈਰਿਜ ਤੋਂ ਬਸ 2-3 ਦਿਨ ਬਾਅਦ ਵੀ ਬਸ ਮਤਲਬ ਕਿ ਉਹ ਸਟਾਰਟ ਹੋ ਗਈ ਸੀ ਗੱਲਬਾਤ ਵੀ ਹਾਂ ਤੂੰ ਕੁਛ ਕੀਤਾ ਨਹੀਂ ਹੈਗਾ। ਬਸ ਇਹ ਤੋਂ ਬਾਅਦ 'ਚ ਆਪਾਂ ਦਿਨ ਨਹੀਂ ਸੀਗੇ, ਫਿਰ ਤਾਂ ਬਸ ਇੱਦਾਂ ਹੀ ਹੁੰਦਾ ਸੀਗਾ। ਮੈਂ ਬਸ 20 ਦਿਨ ਹੀ ਜ਼ਿਆਦਾ ਰਹੀ ਹਾਂ। ਤੁਸੀਂ ਉੱਥੇ 20 ਦਿਨ ਹੀ ਰਹੇ? ਬਸ 20 ਦਿਨ ਹੀ ਰਹੀ। ਹਾਂਜੀ, ਅਪ੍ਰੈਲ ਦੇ ਵਿੱਚ ਤੁਹਾਡਾ ਵਿਆਹ ਹੁੰਦਾ? ਹਾਂਜੀ, 9 ਅਪ੍ਰੈਲ 2018। ਤੇ ਹੁਣ ਤੁਸੀਂ ਕੀ ਕਾਰਵਾਈ ਕੀਤੀ ਹੋਈ ਹੈ? ਹੁਣ ਸਾਡੀ FIR ਦਰਜ ਆ ਤੇ ਉਹਨਾਂ ਦਾ ਜੋ ਕਿ FIR ਦੇ ਬੇਸ ਤੇ ਜੋ RPO ਦਫ਼ਤਰ ਆ ਉੱਥੋਂ ਉਹਨਾਂ ਦਾ ਪਾਸਪੋਰਟ ਰੱਦ ਕੀਤਾ ਜਾ ਚੁੱਕਾ ਵਾ। ਤੇ ਅੱਗੇ ਜੋ ਵੀ ਹੈ ਕੋਰਟ ਵਿੱਚ ਚੱਲ ਰਹੀ, ਕਿਉਂਕਿ ਕਰੋਨਾ ਦੇ ਕਰਕੇ ਥੋੜਾ ਜਿਹਾ ਡੇਟਸ ਅੱਗੇ ਚ ਪੈ ਰਹੀਆਂ ਵਾ। ਜਿਹੜਾ ਲੜਕੇ ਦਾ ਪਾਸਪੋਰਟ ਆ ਉਹ? ਹਾਂਜੀ, ਉਹ ਕੈਂਸਲ ਹੈ। ਇੱਧਰੋਂ RPO ਦਫ਼ਤਰ ਵੱਲੋਂ ਉਹਨਾਂ ਨੂੰ ਸਾਰੀਆਂ ਮੈਂ ਜੋ ਵੀ ਸਾਰੇ, ਕਿਉਂਕਿ ਕਾਗਜ਼ ਟੋਟਲੀ ਮੇਰੇ ਕੋਲ ਪ੍ਰੂਫ ਹੈਗੇ ਸੀਗੇ, ਉਹਨਾਂ ਨੇ ਪ੍ਰੂਫ ਲੈ ਕੇ ਤੇ ਟੋਟਲੀ ਸਾਰਾ ਵੇਖ ਕੇ ਫਿਰ ਉਹਨਾਂ ਦਾ ਪਾਸਪੋਰਟ ਰੱਦ ਕੀਤਾ ਵਾ। ਹੁਣ ਹੋਰ ਕੋਈ ਮਾਮਲਾ ਉਹਨਾਂ ਨੂੰ ਇੱਧਰ ਲਿਆਉਣ ਦੀ ਗੱਲਬਾਤ? ਹਾਂਜੀ, ਮੈਂ ਤਾਂ ਚਾਹੁੰਦੀ ਹਾਂ ਬਸ ਵੀ ਉਹਨੂੰ ਇੱਧਰ ਲਿਆਂਦਾ ਜਾਵੇ, ਉਹਨੂੰ ਰਿਪੋਰਟ ਕੀਤਾ ਜਾਵੇ ਵੀ ਉਹਨੇ ਇੰਨਾ ਮੇਰੇ ਤਾਂ ਮਾਤਾ ਪਿਤਾ ਨੇ ਸਾਰਾ ਖਰਚਾ ਕਰਤਾ, ਸਾਰਾ ਟੋਟਲੀ ਸਾਰਾ ਜ਼ਮੀਨ ਵੀ ਗਹਿਣੇ ਕਰਤੀ, ਸਾਰੀ ਮੇਰੀ ਲਾਈਫ ਖਰਾਬ ਹੋ ਗਈ। ਇੰਨੇ ਸਾਲ ਹੋ ਗਏ ਮੈਂ ਇੱਥੇ ਬੈਠੀ ਹਾਂ, ਨਾ ਮੈਂ ਕਿਤੇ ਕੁਛ ਕਰਨ ਜੋਗੀ ਹਾਂ, ਅੱਗੇ ਕੁਛ ਹੋ ਵੀ ਨਹੀਂ ਸਕਦਾ। ਤੇ ਉਹ ਉੱਥੇ ਮੌਜ ਨਾਲ ਡਾਲਰ ਕਮਾ ਰਿਹਾ, ਉਹਨੂੰ ਕੋਈ ਫਰਕ ਨਹੀਂ ਹੈਗਾ। ਉਹ ਤਾਂ ਕਹਿੰਦਾ ਮੇਰਾ ਕੀ ਕਰ ਸਕਦੇ ਆ, ਮੇਰਾ ਕੋਈ ਕੀ ਕਰ ਲੂਗਾ। ਉਹ ਇਹ ਮਤਲਬ ਉਹਦੀ ਆ ਰਹੇ ਕੁਛ ਹੁਣ ਤੁਹਾਨੂੰ ਪਤਾ ਹੈਗਾ ਵੀ ਵਿਨੀਪੈਗੀ ਆ ਜਾਂ ਕਿਤੇ ਆ? ਹਾਂਜੀ, ਹੈਗਾ ਤਾਂ ਵਿਨੀਪੈਗੀ ਆ। ਤੁਸੀਂ ਪਤਾ ਕਰਾਇਆ ਕਿਸ ਤੋਂ? ਨਹੀਂ ਪਤਾ ਤਾਂ ਹਜੇ ਨਹੀਂ, ਮਤਲਬ ਪਹਿਲਾਂ ਜਦੋਂ ਗਏ ਸੀ ਉਹ ਵਿਨੀਪੈਗ 'ਚ ਹੀ ਗਏ ਸੀਗੇ।
ਹਾਂਜੀ। ਤੇ ਇੱਧਰ ਜਿਹੜੇ ਤੁਹਾਡੇ ਇੱਧਰ ਸਹੁਰਾ ਪਰਿਵਾਰ ਨੇ, ਸਹੁਰੇ ਆ, ਸੱਸ ਆ, ਉਹਨਾਂ ਨਾਲ ਗੱਲਬਾਤ ਕੋਈ ਰਾਬਤਾ ਹੁਣ ਹੋਇਆ ਜਾਂ ਤੁਹਾਡੀ ਇੱਕ ਮੁਲਾਕਾਤ ਪਹਿਲਾਂ ਵੀ ਇੱਕ ਚੈਨਲ ਤੇ ਆ ਚੁੱਕੀ ਹੈ, ਕੋਈ ਗੱਲਬਾਤ ਕਰੀ ਉਹਨਾਂ ਨੇ ਹੁਣ ਉਹ ਵੈਸੇ ਤਾਂ ਸਾਡੇ ਨਾਲ ਤਾਂ ਕੋਈ ਨਹੀਂ ਹੋਈ ਗੱਲਬਾਤ। ਉੱਥੇ ਜਦੋਂ ਕੋਰਟ 'ਚ ਹੋਈ ਸੀ ਗੱਲਬਾਤ ਵੀ ਜੱਜ ਸਾਹਿਬ ਦੇ ਸਾਹਮਣੇ, ਉਦੋਂ ਕਹਿੰਦੇ ਸੀਗੇ ਕਿ ਅਸੀਂ ਇੱਥੇ ਰੱਖ ਲਾਂਗੇ ਪਰ ਅਸੀਂ ਕਦੇ ਮੁੰਡੇ ਕੋਲ ਨਹੀਂ ਭੇਜਾਂਗੇ, ਨਾ ਸਾਡਾ ਮੁੰਡਾ ਇੱਧਰ ਆਊਗਾ। ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਉੱਥੇ। ਸਾਡੇ ਨਾਲ ਰਮਨ ਦੇ ਮਾਤਾ ਜੀ ਵੀ ਨੇ। ਮਾਤਾ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਬਸ ਜੀ ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਵੀ ਸਾਨੂੰ ਸਾਡਾ ਇਨਸਾਫ ਮਿਲਣਾ ਚਾਹੀਦਾ। ਜਿਹੜਾ ਮੇਰਾ 39 ਲੱਖ ਰੁਪਇਆ ਲੱਗਿਆ ਉਹ ਮੈਨੂੰ ਮਿਲਣਾ ਚਾਹੀਦਾ, ਤੇ ਬਾਕੀ ਉਹਨਾਂ ਦੀ ਬਣਦੀ ਸਜ਼ਾ ਉਹਨਾਂ ਨੂੰ ਮਿਲੇ। ਜੋ ਵੀ ਮੈਂ ਤਾਂ ਆਪਦਾ ਘਰ-ਬਾਰ ਵੇਚ ਕੇ, ਜੋ ਆਪਦੀ ਪੈੜੀ, ਘਰ, ਗਹਿਣੇ ਸਭ ਕੁਝ ਵੇਚ ਕੇ ਅਸੀਂ ਤਾਂ ਅੱਜ ਭੁੱਖੇ ਮਰਦੇ ਹਾਂ। ਅਸੀਂ ਤਾਂ ਅੱਜ ਮਰਨ ਨੂੰ ਤਿਆਰ ਹੋਏ ਬੈਠੇ। ਜੇ ਸਾਡੇ ਘਰ ਦੇ ਵਿੱਚ ਕੋਈ ਵੀ ਇਹੋ ਜਿਹੀ ਗੱਲ ਹੋ ਜਾਂਦੀ ਹੈ ਤੇ ਇਹਨਾਂ ਦੇ ਜ਼ਿੰਮੇਦਾਰ ਇਹ ਹੋਣਗੇ। ਕੋਈ ਵੀ ਸਾਡੇ ਘਰ ਦੇ ਵਿੱਚ, ਮੇਰੇ ਘਰ ਵਾਲੇ ਦਾ ਵੇਖੋ ਕੀ ਹਾਲ ਆ, ਅਸੀਂ ਇਹਦੀ 24 ਘੰਟੇ ਨਿਗਾਹ ਰੱਖਦੇ ਹਾਂ। ਕਿਤੇ ਉਹ ਮੇਰੇ ਪਾਪਾ ਡਿਪਰੈਸ਼ਨ 'ਚ ਜਾ ਚੁੱਕੇ ਆ ਤੇ ਉਹ ਹੁਣ ਇੱਕ ਦੋ ਵਾਰੀ ਸੁਸਾਈਡ ਦੀ ਵੀ ਟਰਾਈ ਕਰ ਚੁੱਕੇ ਆ। ਪਰ ਮੁੰਡਾ ਸਾਡਾ ਦਿਹਾੜੀਆਂ ਕਰਦਾ ਜੀ, ਫੈਕਟਰੀ ਦੇ ਵਿੱਚ ਲਾਇਆ ਹੋਇਆ। ਜਿਹੜਾ ਮੇਰਾ ਸਾਰੇ ਪਿੰਡ ਨੂੰ, ਮੇਰੇ ਪਿੰਡ 'ਚੋਂ ਪੁੱਛ ਸਕਦੇ ਹੋ ਜੇ ਸਾਡੇ ਪਰਿਵਾਰ ਬਾਰੇ, ਤੇ ਇਹਨਾਂ ਦੇ ਪਿੰਡ 'ਚੋਂ ਪੁੱਛ ਸਕਦੇ ਆ। ਇਹ ਜੀ ਅਮਰਜੀਤ ਸਿੰਘ ਕਹਿੰਦਾ ਕਿ ਮੇਰਾ ਮੁੰਡਾ ਤਾਂ 2-2 ਲੱਖ ਰੁਪਇਆ ਡਾਲਰ ਕਮਾਉਂਦਾ, ਕਹਿੰਦਾ ਮੇਰਾ ਕੀ ਕਰ ਲੈਣਗੇ, ਮੈਂ ਤਾਂ ਕੋਰਟ ਕਚਹਿਰੀਆਂ 'ਚ ਇਹਨਾਂ ਨੂੰ ਐਂ ਘੜੀਸੀ ਫਿਰਨਾ ਦਾ। ਮੇਰੇ ਘਰ ਦੀ ਬਹੁਤ ਮੰਦੀ ਹਾਲਤ ਹੈ ਜੀ। ਅਸੀਂ ਮਰ ਕੇ ਜਿਉਂ ਰਹੇ ਹਾਂ। ਅਸੀਂ ਇਹ ਜਿਹੜੇ ਤੁਹਾਡੇ ਸਹੁਰਾ ਸਾਹਿਬ ਅਮਰਜੀਤ ਸਿੰਘ, ਉਹ ਹਜੇ ਵੀ ਇਦਾਂ ਕਹਿੰਦੇ ਆ? ਹਾਂਜੀ, ਉਹ ਹਜੇ ਵੀ ਉਹਨਾਂ ਦਾ ਇਹੀ ਬਿਆਨ ਆ ਕਿ ਸਾਡਾ ਕੀ ਕਰ ਲੈਣਗੇ, ਸਾਡਾ ਕੁਝ ਨਹੀਂ ਵਿਗਾੜ ਸਕਦੇ। ਸਾਡਾ ਤਾਂ ਮੁੰਡਾ ਬਾਹਰ ਕੈਨੇਡਾ, ਸਾਨੂੰ ਤਾਂ ਡਾਲਰ ਆਉਂਦੇ ਆ। ਤਾਂ ਇਹਨਾਂ ਦਾ ਬਿਆਨ ਇਹੀ ਆਉਂਦਾ। ਉਹਨਾਂ ਨੇ ਕਦੇ ਵੀ ਕੋਈ ਵੀ ਐਂ ਪਹੁੰਚ ਨਹੀਂ ਕੀਤੀ ਜਿਵੇਂ ਤਾਂ ਆਪਾਂ ਕੁੜੀ ਨੂੰ ਲੈ ਜਾਂਦੇ ਆ ਜਾਂ ਕੁਝ ਵੀ। ਅੱਜ ਤੱਕ ਇੰਨੇ ਟਾਈਮ ਹੋ ਗਿਆ ਕੁਝ ਨਹੀਂ, ਉਹਨਾਂ ਦਾ ਕੋਈ ਵੀ ਨਹੀਂ ਆਇਆ ਸਾਡੇ ਨਾਲ, ਕੋਈ ਸੰਪਰਕ ਨਹੀਂ। ਜਿਹੜੇ ਉਹਨਾਂ ਨੇ, ਜਿਹੜੀ ਉਹ ਦੂਸਰੀ ਮੁਲਾਕਾਤ ਆ, ਉਹਨਾਂ ਨੇ ਜਿਹੜੇ ਤੁਹਾਡੇ ਤੇ ਆਰੋਪ ਲਾਏ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਨਾਂ ਨੇ ਬਸ, ਉਹਨਾਂ ਨੇ ਤੇ ਸਾਡੇ ਤੇ ਕੋਈ ਐਡਾ ਆਰੋਪ ਨਹੀਂ ਲਾਇਆ। ਬਸ ਇਹੀ ਕਹਿ ਰਹੇ ਸੀਗੇ ਵੀ ਹਾਂ ਵੀ ਕੁੜੀ ਝੂਠੀ ਆ। ਝੂਠਾ ਤਾਂ ਹੁਣ ਮੇਰੇ ਕੋਲ ਸਾਰਾ ਓਰੀਜਨਲ, ਮੇਰੇ ਕੋਲ ਐਲਬਮ ਪਈ ਆ ਵਿਆਹ, ਹੁਣ ਤੁਸੀਂ ਪਿਕਸ ਦੇਖ ਹੀ ਸਕਦੇ ਆ। ਤੇ ਬਾਕੀ ਆ ਸਰਟੀਫਿਕੇਟ ਆ, ਮੈਰਿਜ ਸਰਟੀਫਿਕੇਟ। ਜਿਹੜੀ ਗੱਲ ਆ ਰਹੀ ਹੈ ਸਾਹਮਣੇ ਵੀ ਸਪਾਂਸਰ, ਹਾਂਜੀ, ਉਹ ਜਿਨ੍ਹਾਂ ਤੋਂ ਸਪਾਂਸਰਸ਼ਿਪ ਲਈ ਆ ਉਹਨਾਂ ਦਾ ਕੰਟੈਕਟ ਨੰਬਰ ਸਾਡੇ ਕੋਲੇ ਹੁਣੀ ਹੈਗਾ। ਤੁਹਾਡੀ ਜੇ ਤੁਸੀਂ ਚਾਹੁੰਦੇ ਆ ਤਾਂ ਤੁਹਾਡੀ ਗੱਲ ਹੁਣੀ ਕਰਵਾ ਦਿੰਦੇ ਆ ਵੀ 14 ਲੱਖ ਸਪਾਂਸਰ ਲਈ ਆ ਜਾਂ ਨਹੀਂ ਲਈ ਹੈਗੀ। ਉਹਨਾਂ ਨੂੰ ਵੀ ਪਤਾ ਵਾ। ਇਹ ਮੁੰਡਾ ਪਹਿਲਾਂ ਉੱਥੇ ਹੀ ਰਹਿੰਦਾ ਸੀ, ਉਹਨਾਂ ਕੋਲ ਹੀ ਰਹਿੰਦਾ ਸੀ ਜਿਨ੍ਹਾਂ ਤੋਂ ਸਪਾਂਸਰਸ਼ਿਪ ਲਈ ਸੀਗੀ। ਉਹਨਾਂ ਦਾ ਮਤਲਬ ਉਹਨਾਂ ਤੋਂ ਸਾਨੂੰ ਹੁਣ ਪਤਾ ਲੱਗਾ ਵੀ ਇਹ ਪਹਿਲਾਂ ਹੀ ਕਹਿੰਦਾ ਸੀਗਾ ਕਿ ਮੈਂ ਕੁੜੀ ਨੂੰ ਬਾਹਰ ਲੈ ਕੇ ਨਹੀਂ ਜਾਣਾ ਹੈ। ਮਾਤਾ ਜੀ, ਜਿਨ੍ਹਾਂ ਤੋਂ ਤੁਸੀਂ ਸਪਾਂਸਰ ਲਈ ਆ ਉਹਨਾਂ ਨੂੰ ਤੁਸੀਂ ਕਿਵੇਂ ਜਾਣਦੇ ਹੋ? ਅਸੀਂ ਨਹੀਂ ਜਾਣਦੇ। ਜਿਹੜਾ ਲੁਹਾਰੇ ਵਾਲਾ ਚਮਕੌਰ ਸਿੰਘ ਸੰਘਾ, ਉਹ ਜਾਣਦੇ ਆ ਜੀ, ਜਿਨ੍ਹਾਂ ਨੇ ਤੁਹਾਨੂੰ ਜੀ। ਹਾਂ, ਸਾਨੂੰ ਅਸੀਂ ਤਾਂ ਚਮਕੌਰ ਸਿੰਘ ਸੰਘੇ ਨੂੰ ਦਿੱਤੇ ਆ ਤੇ ਉਹਨਾਂ ਨੇ ਗਾ, ਉਹਨਾਂ ਦਾ ਮਨਜੀਤ ਸਿੰਘ ਦੋਸਤ ਆ ਜੀ, ਉਹਨਾਂ ਲੰਡੇ ਕੇ ਪਿੰਡ ਤੋਂ। ਉਹਨਾਂ ਨੇ ਲੈ ਕੇ ਗਾ, ਉਹਨਾਂ ਤੋਂ ਲੈ ਕੇ, ਹਾਂ, ਤਾਂ ਲੈ ਕੇ ਲੰਡੇ ਕੇ ਤੋਂ। ਹਾਂਜੀ, ਹਾਂ। ਹੁਣ ਸਾਡੇ ਆਪਣੇ ਨਾਲ ਆ, ਕੋਈ ਨਹੀਂ। ਉਹ ਹਜੇ ਵੀ ਕਹਿੰਦੇ ਸਾਨੂੰ ਕਿਤੇ ਕੋਰਟ 'ਚ ਤੁਸੀਂ ਕਹੋਗੇ ਆਨਲਾਈਨ, ਜਦੋਂ ਗੱਲ ਕਰਾਉਂਗੇ ਅਸੀਂ ਕਰਾਂਗੇ, ਕਰਨ ਨੂੰ ਤਿਆਰ ਆ। ਅਸੀਂ ਪੈਸੇ ਲਏ ਆ। ਬਾਕੀ ਜੋ ਕਿਉਂਕਿ ਜੇ ਸਾਡੀ ਕੇਸ 'ਚ ਹੁਣ ਗਵਾਹੀ ਤਾਂ ਇਹਨਾਂ ਨੇ ਅੰਕਲ ਨੇ ਦੇਣੀ ਹੈ ਜਿਨ੍ਹਾਂ ਨੇ ਰਿਸ਼ਤਾ ਕਰਵਾਇਆ ਵਾ। ਉਹ ਉਹਨਾਂ ਤੇ ਵੀ ਫਿਰ ਹੁਣ ਮਤਲਬ ਕਿ ਉਹਨਾਂ ਨੂੰ ਮੁਕਰਾਉਣ ਵਾਸਤੇ ਉਹਨਾਂ ਤੇ ਗਲਤ ਧਾਰਾਵਾਂ ਲਾ ਰਹੇ ਆ ਵੀ ਹਾਂ ਵੀ ਪਰਚੇ ਦੇਣ ਦੀ ਕੋਸ਼ਿਸ਼ ਕਰ ਰਹੇ ਆ ਵੀ ਹਾਂ ਵੀ ਮੁੱਕਰ ਜਾਣ ਤੇ ਇਹਨਾਂ ਦਾ ਕੋਈ ਬਣੇ ਨਾ ਅੱਗੇ ਕੁਛ ਵੀ। ਪਰ ਉਹ ਸਾਡੇ ਨਾਲ ਫਿਰ ਵੀ ਖੜੇ ਆ ਜੀ। ਇਸ ਮਾਮਲੇ ਦੇ ਵਿੱਚ ਜਿਨ੍ਹਾਂ ਨੇ ਇਹ ਰਿਸ਼ਤਾ ਕਰਵਾਇਆ ਸੀ, ਵਿਚੋਲਾ ਸਾਹਿਬ ਵੀ ਮੌਜੂਦ ਨੇ। ਤੁਹਾਡਾ ਪਿੰਡ ਵੀ ਬਾਈ ਜੀ ਰੌਲੀ ਆ? ਹਾਂਜੀ। ਤੇ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੂੰਗਾ, ਮਾਮਲਾ ਅਸਲ ਦੇ ਵਿੱਚ ਕੀ ਪੰਚਾਇਤ ਸਮਝੌਤਾ ਹੋ ਗਿਆ ਸੀ, ਕੀ ਗੱਲਬਾਤ? ਇਹ ਸਮਝੌਤਾ ਹੋਇਆ ਨਹੀਂ ਜੀ। ਪੰਚਾਇਤ ਦਾ 2-3 ਵਾਰ ਸੱਦਿਆ ਸੀ। ਪੰਚਾਇਤ ਤੋਂ ਪਹਿਲਾਂ, ਬਿਨਾਂ ਪੰਚਾਇਤ ਤੋਂ ਮੈਂ 1-2 ਬੰਦੇ ਲੈ ਕੇ, ਜਿਵੇਂ ਆਪਾਂ ਕਹਿੰਦੇ ਨੇ ਵੀ ਯਾਰ ਇਹ ਕੁੜੀ ਦਾ ਮਸਲਾ ਆਪਣਾ ਪਿੰਡਾਂ 'ਚ ਆਮ ਹੁੰਦਾ ਵੀ ਆਪਾਂ ਇਹ ਮਸਲੇ ਨੂੰ ਖਿਲਾਰੀਏ ਨਾ। ਜਦੋਂ ਆਪਾਂ ਇਸ ਮਸਲੇ ਨੂੰ ਜੇ ਜ਼ਿਆਦਾ ਖਿਲਾਰ ਲੈਂਦੇ ਉਹ ਜ਼ਿਆਦਾ ਵਿਗੜ ਜਾਂਦਾ। ਸਾਨੂੰ ਇਹ ਸੀ ਵੀ ਚਲੋ ਜਿਸ ਤਰ੍ਹਾਂ ਹੀ ਆਪਾਂ ਅੰਦਰ ਵੜ ਕੇ ਇਹਨਾਂ ਨੂੰ ਪੈਸੇ ਦੇਣ ਲੈਣ ਕਰਕੇ ਕੀਤਾ, ਉਸੇ ਤਰ੍ਹਾਂ ਹੀ ਇਹ ਮਸਲਾ ਨਿਬੜ ਜੇ। ਪਰ ਜਦੋਂ ਅਸੀਂ ਜਾਂਦੇ ਸੀ, ਅਮਰਜੀਤ ਚੁੱਪ ਕਰ ਜਾਂਦਾ ਸੀ। ਅਮਰਜੀਤ ਦੀ ਵਾਈਫ ਅਮਰਜੀਤ ਕੌਰ ਤੇ ਜਿਹੜੀ ਇਹ ਪ੍ਰਦੀਪ ਕੌਰ ਲੜਕੀ ਹੈ, ਇਹੀ ਮੂਹਰੇ ਹੋ ਕੇ ਬਹੁਤ ਬੋਲਦੀਆਂ ਸੀ। ਇਹ ਗੱਲ ਨਹੀਂ ਕਰਨ ਦਿੰਦੀਆਂ ਸੀ। ਇਹ ਤਾਂ ਪ੍ਰਦੀਪ ਕੌਰ ਨੇ ਤਾਂ 1-2 ਵਾਰ ਮੇਰੀ ਘਰੇ ਦੀ ਗਏ ਜੀ ਇਨਸਲਟ ਕੀਤੀ, ਬੇਇੱਜ਼ਤੀ ਕੀਤੀ ਨਜਾਇਜ਼ ਜੀ। ਬਾਈ ਜੀ, ਰਿਸ਼ਤੇ ਬੜੇ ਕਰਾਉਂਦੇ ਆ ਹਨਾ ਲੋਕ, ਤੁਸੀਂ ਪਹਿਲਾ ਰਿਸ਼ਤਾ ਹੀ ਕਰਾਇਆ ਸੀ? ਮੈਂ ਇਹ ਪਹਿਲਾ ਰਿਸ਼ਤਾ ਹੀ ਕਰਾਇਆ ਤੇ ਮੈਂ ਤਾਂ ਇਹ ਵੀ ਕਹੂੰਗਾ ਵੀ ਆ ਪਹਿਲਾ ਕਰਾਤਾ, ਅੱਗੇ ਵਾਸਤੇ ਮੈਂ ਇਹ ਜਿਹੇ ਕੰਮ 'ਚ ਆਊਂਗਾ ਵੀ ਨਹੀਂ। ਤੇ ਕਿਉਂਕਿ ਇਹ ਵੀ ਕੰਮ ਜਿਹੜੇ ਹੁੰਦੇ ਆ ਤਜਰਬੇ ਵਾਲਿਆਂ ਦੇ ਹੁੰਦੇ ਆ। ਤੇ ਸਿਰਫ ਇਹ ਗੱਲ ਰਹਿ ਗਈ ਵੀ ਉਹਨਾਂ ਦੇ ਮੁੰਡੇ ਦੀ ਆਈਲੈਟਸ ਕੀਤੀ ਕਰਕੇ, ਆਪਣੇ ਬੇਟਿਆਂ ਨਾਲ ਆਉਣ ਜਾਣ ਪੜ੍ਹਦਾ ਕਰਕੇ। ਤੇ ਪਿਛੋਕੜ ਤਾਂ ਇਹ ਪਰਿਵਾਰ ਦਾ ਵੈਸੇ ਏਡਾ ਵਧੀਆ ਨਹੀਂ, ਤੇ ਉਹਦਾ ਬੱਚਿਆਂ ਨਾਲ ਆਉਣ ਜਾਣ ਕਰਕੇ। ਤੇ ਕੁਛ ਅਮਰਜੀਤ ਦੇ ਘਰੋਂ, ਅਮਰਜੀਤ ਕੌਰ ਆਪਣੇ ਘਰੇ ਆਉਂਦੇ ਜਾਂਦੇ ਕਹਿੰਦੇ ਸੀ ਵੀ ਸਾਨੂੰ ਸਪਾਂਸਰ ਕਰਾ ਕੇ ਦਿਓ। ਤੇ ਇਹ ਪਰਿਵਾਰ ਮੇਰੇ ਕੋਲ ਆਉਂਦਾ ਕਰਕੇ ਤੇ ਵੀ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਸਪਾਂਸਰ ਤਾਂ ਕਰਾ ਦਈਏ, ਅਗਲਾ ਖਰਚਾ ਮੰਗਦੇ ਆ। ਕਹਿੰਦੇ ਵੀ ਖਰਚਾ ਜੇ ਕੋਈ ਲੜਕੀ ਵਾਲੇ ਮਿਲ ਜਾਣ ਕਰ ਦੇਣ, ਅਗਲਿਆਂ ਦੀ ਲੜਕੀ ਚਲੀ ਜਾਊ, ਸਾਡਾ ਬੇਟਾ ਚਲਿਆ ਜਾਊ ਤੇ ਤੁਸੀਂ ਕਰਵਾ ਦਿਓ। ਉਹ ਗੁਰੂ ਘਰ ਇੱਥੇ ਜੋ ਅਸੀਂ ਆਉਂਦੇ ਸੀ ਸੰਗਤ ਦੇ ਵਿੱਚ, ਤੇ ਉੱਥੇ ਇਹ ਪਰਿਵਾਰ ਵੀ ਜਾਂਦਾ ਸੀ।
ਠੀਕ ਹੈ। ਇੱਥੇ ਭੈਣ ਜੀ ਨਾਲ ਸਾਡਾ ਉੱਥੇ ਸੰਗਤ ਦੇ ਵਿੱਚ ਗੱਲਬਾਤ ਹੁੰਦੀ ਰਹਿੰਦੀ ਸੀ। ਇੱਕ ਵਾਰ ਸਾਡੇ ਨਾਲ ਇਹ ਗੱਲ ਹੋਈ ਸੀ ਵੀ ਜੇ ਸਾਡੀ ਲੜਕੀ ਨੂੰ ਕੋਈ ਰਿਸ਼ਤਾ ਮਿਲ ਜੇ, ਕੋਈ ਬਾਰ-ਬੂਰ ਦਾ, ਤਾਂ ਅਸੀਂ ਖਰਚਾ ਕਰ ਦਿਆਂਗੇ। ਮੈਂ ਇਹਨਾਂ ਨੂੰ ਦੱਸਿਆ, ਮੈਂ ਕਿਹਾ ਸਾਡੇ ਪਿੰਡ ਦਾ ਇਸ ਤਰ੍ਹਾਂ ਪਰਿਵਾਰ ਆ ਵੀ ਜੇ ਤੁਸੀਂ ਲੜਕੀ ਦਾ ਕਰਨਾ ਤਾਂ ਦੇਖ ਲਓ। ਇਹ ਕਹਿੰਦੇ ਜੀ ਅਸੀਂ ਭਾਵੇਂ ਆਪਦਾ ਪੈਲੀ ਵੇਚੀਏ ਜਾਂ ਕੋ ਕਰੀਏ ਵੀ ਖਰਚਾ ਕਰ ਦਿਆਂਗੇ, ਚੱਲ ਸਾਡੀ ਬੇਟੀ ਚਲੀ ਜਾਊ, ਉਹਨਾਂ ਦਾ ਬੇਟਾ ਚਲੇ ਜਾਊ। ਮੈਂ ਉਹ ਅਮਰਜੀਤ ਸਿੰਘ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਸਾਥੋਂ ਜੋ ਮਰਜ਼ੀ ਅਥਾਰਟੀ ਲੈ ਲਓ। ਅਸੀਂ ਫਿਰ ਗੁਰੂ ਘਰ ਮਹਾਰਾਜ ਦੇ ਪ੍ਰਕਾਸ਼ ਦੇ ਮੂਹਰੇ ਬਹਿ ਕੇ ਇਹ ਗੱਲ ਹੋਈ। ਹੁਣ ਵੀ ਅਸੀਂ ਕਵਾਂਗੇ ਵੀ ਅਸੀਂ ਮਹਾਰਾਜ ਮੂਹਰੇ ਬਹਿ ਕੇ ਗੱਲ ਕਰਕੇ ਨਿਬੜੂ, ਚਾਰ ਦਾ ਗੱਲ ਕਰਨ, ਪਰ ਉੱਥੇ ਬਹਿ ਕੇ ਜੋ ਗੱਲ ਕੀਤੀ ਤੇ ਅਸੀਂ ਵਿਸ਼ਵਾਸ ਹੋ ਜਾਂਦਾ ਜੀ ਇਸ ਚੀਜ਼ ਤੇ ਇਹਨਾਂ ਨੇ ਖਰਚਾ ਕੀਤਾ 14 ਲੱਖ ਸਪਾਂਸਰ ਦਾ। ਚਮਕੌਰ ਸਿੰਘ ਸੰਘਾ ਜਿਹੜਾ ਬੈਂਕ ਮੈਨੇਜਰ ਵੀ ਰਹੇ ਆ, ਪਹਿਲਾਂ ਕੈਸ਼ੀਅਰ ਸੀ ਤੇ ਫਿਰ ਬੈਂਕ ਮੈਨੇਜਰ ਬਣੇ, ਉਹਨਾਂ ਨੇ ਜਾ ਕੇ ਤੇ ਉਹਨਾਂ ਦਾ ਰਿਸ਼ਤੇਦਾਰ ਥੱਲੇ ਗਿਆ ਤਾਂ ਉਹਨੂੰ ਦਿੱਤੇ ਤੇ ਇਹ ਸਪਾਂਸਰ ਆਈ ਤੇ ਇਹਨਾਂ ਦਾ ਬੇਟਾ ਬਾਹਰ ਚਲਿਆ ਗਿਆ। ਇਹਦੇ ਵਿੱਚ ਗੁਰਦੁਆਰੇ ਬਹਿ ਕੇ ਗੱਲ ਕਰਨ 'ਚ ਇਹ ਗੁਰਦੁਆਰੇ ਵਾਲੇ ਬਾਬਾ ਜੀ ਨੂੰ ਨਾਲ ਖਿੱਚੀ ਫਿਰਦੇ ਆ, ਜਿਹਦੇ ਕਿ ਵੀ ਉਹਨਾਂ ਦਾ ਕੋਈ ਰੋਲ ਵੀ ਹੈ ਨਹੀਂ ਐਡਾ, ਤੇ ਬਦਨਾਮ ਕਰ ਰਹੇ ਆ। ਇੱਕ ਇਹਨਾਂ ਨੂੰ ਇਹ ਹੈ ਵੀ ਇਹਨਾਂ ਨੂੰ ਬਦਨਾਮ ਕਰਕੇ ਹੋ ਸਕਦਾ ਬਾਬਾ ਤੇ ਇਹ ਮੱਸਾ ਸਿੰਘ ਹੀ ਸਾਡਾ ਸਮਝੌਤਾ ਕਰਾ ਦੇਣ। ਮੈਨੂੰ ਇਹ ਬਦਨਾਮ ਕਰਨ ਵਾਸਤੇ ਹੀ ਲੜਕੀ ਆਪਦੇ ਵੱਲੋਂ ਗਲਤ ਇਲਜ਼ਾਮ ਮੇਰੇ ਤੇ ਮੇਰੇ ਬੇਟੇ ਤੇ ਲਾ ਕੇ, ਜਦੋਂ ਮੈਂ ਅਗਵਾਈ ਮੁੰਡੇ ਦੀ ਭੈਣ ਪ੍ਰਦੀਪ ਕੌਰ, ਤੇ ਪ੍ਰਦੀਪ ਕੌਰ ਨੇ ਮੇਰੇ ਤੇ ਮੇਰੇ ਲੜਕੇ ਤੇ ਗਲਤ ਇਲਜ਼ਾਮ ਲਾ ਕੇ ਮੇਰੇ ਤੇ ਪਰਚਾ ਕਰਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਹਾਈ ਕੋਰਟ ਦੇ ਵਿੱਚ ਅਗਵਾਈ ਨਾ ਦੇਵੇ, ਜਦੋਂ ਕਿ ਮੈਂ ਅਗਵਾਈ ਦੇਤੀ। ਫਿਰ ਜੋ ਸੱਚ ਆ ਇਹ ਤਾਂ ਕਹਾਂਗੇ ਹੱਕ 'ਚ ਅਗਵਾਈ। ਹਾਂਜੀ, ਮੈਂ ਤਾਂ ਜੋ ਸੱਚ ਆ ਉਹ ਕਹੂੰਗਾ। ਮੈਂ ਤਾਂ ਅੱਗੇ ਵੀ ਗਿਆ, ਉਹ ਤਾਂ ਹੁਣ ਇਹ ਵੀ ਕਹਿ ਰਹੇ ਆ ਇਹਨੇ ਬੇਟੇ ਵਿਆਹੇ, ਇਹ ਇੱਕ ਕਮਰੇ 'ਚ ਰਹਿੰਦਾ ਸੀ। ਮੇਰਾ ਪਿਛੋਕੜ ਮੇਰੇ ਪਿੰਡ 'ਚੋਂ ਜਾਣਿਆ ਜਾਵੇ। ਮੇਰੇ ਦਾਦਾ ਜੀ 20 ਸਾਲ ਪੰਚਾਇਤ ਮੈਂਬਰ ਰਹੇ, ਮੇਰੇ ਚਾਚਾ ਜੀ 10 ਸਾਲ ਰਹੇ, ਉਸ ਤੋਂ ਬਾਅਦ ਸਾਡੇ ਤਾਇਆ ਜੀ ਲੜਕਾ 10 ਸਾਲ ਪੰਚਾਇਤ ਮੈਂਬਰ ਰਿਹਾ, ਜੋ ਮੰਗਲ ਸਿੰਘ SM ਟੋਰਾਂਟੋ ਹੈ, ਤੇ ਹੁਣ ਮੇਰਾ ਛੋਟਾ ਬ੍ਰਦਰ ਪੰਚਾਇਤ ਮੈਂਬਰ ਵੀ ਹੈ, ਪਿੰਡ ਦਾ ਨੰਬਰਦਾਰ ਵੀ ਹੈ। ਮੇਰੇ ਜਿਹੜੇ ਸਗੇ ਚਾਚਾ ਜੀ ਰੀਅਲ ਚਾਚਾ ਜੀ ਜਿਹੜਾ ਲੜਕਾ ਜਗਰਾਜ ਸਿੰਘ ਮੌਜੂਦਾ ਸਰਪੰਚ ਆ। ਹੁਣ ਤੁਸੀਂ ਇਹ ਸੋਚਦੇ ਹੋ ਵੀ ਜ਼ਿੰਦਗੀ ਸਭ ਤੋਂ ਵੱਡੀ ਗਲਤੀ ਹੋ ਗਈ? ਮੇਰੀ ਜ਼ਿੰਦਗੀ ਸਭ ਤੋਂ ਵੱਡੀ ਗਲਤੀ ਹੈ। ਅੱਗੇ ਵਾਸਤੇ ਮੈਂ ਤਾਂ ਆਪਦੇ ਪਰਿਵਾਰਕ ਮੈਂਬਰਾਂ ਨੂੰ ਉਵੇਂ ਇਹ ਜੀ ਗਲਤੀ ਨਾ ਕਰੋ। ਪਰ ਇਹਨਾਂ ਨੇ ਜਿਹੜਾ ਇਹ ਕਹਿੰਦੇ ਆ ਵੀ ਅਸੀਂ ਸਰਪੰਚ ਕੋਲੇ ਗਏ ਜਾਓਗੇ, ਮੈਂ ਜਦੋਂ ਮੇਰੇ ਤੇ ਗਲਤ ਦਰਖਾਸਤ ਦਿੰਦੇ, ਮੈਂ ਅਸੀਂ ਪੰਚਾਇਤ 'ਚ ਬੁਲਾਇਆ ਤਾਂ ਆਏ ਹੀ ਨਹੀਂ। ਪੰਚਾਇਤ ਨੇ ਬਕਾਇਦਾ ਮੈਨੂੰ ਪੰਚਾਇਤਨਾਮੇ 'ਤੇ ਲਿਖ ਕੇ ਦਿੱਤਾ ਵੀ ਅਮਰਜੀਤ ਸਿੰਘ ਗਲਤ ਹੈ। ਹੈਗਾ ਤੁਹਾਡੇ ਕੋਲੇ ਪੰਚਾਇਤਨਾਮਾ? ਮੈਂ ਜੀ ਤੁਹਾਨੂੰ ਦਿਖਾ ਸਕਦਾ, ਇਸ ਕਰੀ ਮੈਂ ਮੰਗਾ ਲੈਣਾ। ਹਾਂ, ਉਹ ਮੇਰੇ WhatsApp 'ਚ ਹੋਊਗਾ, ਮੈਂ ਤੁਹਾਨੂੰ ਦੇ ਦੇਣਾ ਜੀ। ਬਾਈ ਜੀ ਤੁਹਾਡਾ ਪਿੰਡ ਇਹੀ ਆ, ਤੁਸੀਂ ਨੰਬਰਦਾਰ ਹੋ ਇਹ ਪਿੰਡ ਦੇ? ਇਹ ਜਿਹੜਾ ਸਮਝੌਤਾ ਸੀ ਚੱਲ ਰਿਹਾ ਪੰਚਾਇਤ ਦਾ, ਉਹਦੇ ਵਿੱਚ ਸੀਗੇ ਤੁਸੀਂ? ਅਸੀਂ ਸਮਝੌਤੇ 'ਚ ਮੈਂ 1-2 ਵਾਰੀ ਗਿਆ, ਫਿਰ ਸਮਝੌਤਾ ਇਹਨਾਂ ਨੇ ਦਿੱਤੀ ਦਰਖਾਸਤ DSP ਮੋਗਾ। ਉੱਥੇ DSP ਸਾਹਿਬ ਦੇ ਉਦੋਂ ਬਾਈ ਜੀ ਤਾਂ ਹੈ ਨਹੀਂ ਸੀ, ਤਾਂ ਬਾਹਰ ਗਏ ਸੀ ਮੇਰੇ ਖਿਆਲ। ਬਾਬਾ ਜੀ ਜਿਹੜੇ ਰਵਿੰਦਰ ਸਿੰਘ ਇੱਥੇ ਗੁਰਦੁਆਰਾ ਆਪਣੇ ਸੂਏ ਦੇ ਰੋਲੀ, ਉਹ ਨਾਲ ਸੀ। ਕੁਛ ਰੋਲੀ ਦੇ ਬੰਦੇ ਸੀ, ਕੁਛ ਅਸੀਂ ਸਾਡੇ ਪਿੰਡੋਂ ਇੱਕ ਮੈਂਬਰ ਸੀ ਪੰਚਾਇਤ ਮੈਂਬਰ ਸਰਦਾਰ ਹਾਕਮ ਸਿੰਘ, ਇਹ ਮੁੰਡਾ ਸੀਗਾ। ਉੱਥੇ ਡਿਪਟੀ ਸਾਹਿਬ ਨੇ ਜਾਣੀ ਉਹਨੂੰ ਬਹੁਤ ਕਿਹਾ ਵੀ ਤੂੰ ਇਹ ਗਲਤ ਕੰਮ ਕਰਦਾ ਵਾ, ਜਾਣੀ ਉਹਨੇ ਗਾਲਾਂ ਵੀ ਕੱਢੀਆਂ ਇੱਕ ਹਿਸਾਬ ਦੀਆਂ ਇਹਨੂੰ, ਅਮਰਜੀਤ ਸਿੰਘ ਨੂੰ। ਜਿਹੜੇ ਅਮਰਜੀਤ ਸਿੰਘ ਦੇ ਨਾਲ 2 ਬੰਦੇ ਗਏ ਸੀ, ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਵੇਂ ਇਹਦੇ ਨਾਲ ਆਏ? ਕਹਿੰਦਾ ਜੀ ਸਾਨੂੰ ਝੂਠ ਮਾਰ ਕੇ ਲੈ ਕੇ ਆਇਆ ਤੇ ਆਪਣੇ ਨਾਲ ਚੱਲੋ। ਕੋਈ ਬੰਦਾ ਉਹਨਾਂ ਪਿੰਡੋਂ ਤੁਰਨ ਨੂੰ ਤਿਆਰ ਨਹੀਂ। ਹੁਣ ਜਾ ਕੇ ਪੁੱਛ ਲਓ, ਆਪ ਮੌਜ ਕਰਦੇ ਆ, ਮੁੰਡਾ ਉੱਥੇ ਅਯਾਸ਼ ਕਰਦਾ, ਇੱਛੀ ਕਰਦਾ ਵਾ। ਇਹ ਵਿਚਾਰੇ ਕੋਲੇ 2-2.5 ਕਿੱਲੇ ਪੜੇ, ਇਹਨਾਂ ਨੇ ਗਹਿਣੇ ਕਰਤੀ ਸਾਰੀ। ਉਸ ਤੋਂ ਬਾਅਦ ਕੀ ਸਾਡੇ ਖੇਤ ਦਾ ਗਵਾਂਢੀ ਮੈਨੂੰ ਰੋਜ਼ ਪੁੱਛਦੇ ਆਪਣੀ ਕੁੜੀ ਦਾ ਕੀ ਬਣਿਆ ਕੀ ਬਣਿਆ। ਇਹ ਤਾਂ ਵਿਚਾਰੇ ਨੰਗ ਕਰਕੇ ਰੱਖਦੇ, ਮੁੰਡਾ ਅਯਾਸ਼ ਕਰਦੇ, ਤਾਂ ਰੋਲ ਤੇ ਕੁੜੀ ਦੀ ਇੱਜ਼ਤ ਵੀ ਖਰਾਬ ਕਰਤੀ ਇਹਨਾਂ ਨੇ, ਕੰਜਰਾਂ ਨੇ। ਬਹੁਤ ਮਾੜੇ ਬੰਦੇ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜ਼ਰੂਰ ਜੀ। ਹੈਗਾ ਬਾਈ ਇਹ ਪੰਚਾਇਤਨਾਮੇ ਦੀ ਫੋਟੋ ਆ? ਹਾਂਜੀ ਜੀ। ਇੱਕ ਮੇਰੀ ਕੁੜੀ ਨੇ ਇਹਨੇ ਫਰਾਡ ਕੀਤਾ ਆਪਦੇ ਸਹੁਰਿਆਂ ਨਾਲ, ਉਹ ਆਹ ਵੇਖ ਸਕਦੇ ਇੱਧਰ ਮਾੜਾ ਜਿਹਾ ਹੋ ਕੇ। ਉਹ ਵੀ ਆਪਾਂ ਬਾਈ ਗੱਲ ਤੇ ਆਉਣੇ ਆ। ਤੁਸੀਂ ਕੀ ਲੱਗਦੇ ਹੋ ਰਮਨਦੀਪ ਕੌਰ ਦੀ? ਮੇਰੇ ਚਾਚਾ ਜੀ ਦੀ ਬੇਟੀ ਹੈ ਜੀ, ਰਮਨਦੀਪ ਕੌਰ। ਹਾਂਜੀ। ਤੇ ਬਾਈ ਕੀ ਹੁਣ ਮਾਮਲਾ ਤਾਂ ਆਪਾਂ ਨੂੰ ਸਾਰਾ ਦੱਸ ਹੀ ਦਿੱਤਾ ਇਹਨਾਂ ਨੇ, ਤੁਹਾਨੂੰ ਕੀ ਲੱਗਦਾ ਹੈਗਾ ਵੀ ਕੀ ਗੱਲਬਾਤ ਆ ਹੁਣ, ਕੀ ਹੋਣਾ ਚਾਹੀਦਾ, ਕੀ ਆ? ਉਹ ਹੁਣ ਪਾਸਪੋਰਟ ਵੀ ਉਧਰੋਂ ਕੈਂਸਲ ਹੋ ਚੁੱਕਿਆ, ਤੇ ਅੱਗੇ ਗੱਲਬਾਤ ਕਿਉਂ ਨਹੀਂ ਵੱਧ ਰਹੀ? ਗੱਲਬਾਤ ਇਹੀ ਹੈ ਜੀ, ਇਹਨਾਂ ਨੂੰ ਮੁੰਡਾ ਪਰਿਵਾਰ ਨੂੰ ਉਹਨਾਂ ਦੀ ਬਣਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਆ। ਮੁੰਡਾ ਡਿਪੋਰਟ ਹੋਣਾ ਚਾਹੀਦਾ ਵਾ, ਤੇ ਇਹਨਾਂ ਦੇ ਜਿਹੜੇ ਬਣਦੇ ਪੈਸੇ ਆ ਉਹ ਇਹਨਾਂ ਨੂੰ ਵਾਪਸ ਦੇਣੇ ਚਾਹੀਦੇ ਆ। ਇੱਕ ਬਾਈ ਗੱਲ ਹੋਰ ਆ, ਜਿਵੇਂ ਤੁਹਾਡੇ ਗਵਾਂਢ 'ਚ ਪਿੰਡ ਆ, ਤੁਸੀਂ ਮੁੰਡੇ ਨੂੰ ਪਹਿਲਾਂ ਜਾਣਦੇ ਸੀ? ਜਾਣਦੇ ਸੀਗੇ ਜੀ ਉੱਦਾਂ ਕਰਕੇ, ਤੇ ਪਰ ਫਿਰ ਵੀ ਆਪਾਂ ਕਿਸੇ ਦੇ ਅੰਦਰ ਵੜ ਕੇ ਤਾਂ ਆਪਾਂ ਦੇਖ ਨਹੀਂ ਸਕਦੇਗੇ। ਤੇ ਗੱਲ ਤਾਂ ਵਿਸ਼ਵਾਸ ਤੇ ਹੁੰਦੀ ਆ, ਪਰ ਜੇ ਬੰਦਾ ਵਿਸ਼ਵਾਸ ਵੀ ਤੋੜਨਾ ਹੋਵੇ ਤਾਂ ਇਹਨਾਂ ਤੋਂ ਸਿੱਖ ਲਵੇ ਕੋਈ। ਇੱਕ ਹਾਂਜੀ ਹਾਂ ਮਾਤਾ ਜੀ ਦੱਸੋ ਕੀ ਇੱਧਰ ਗੱਲਬਾਤ? ਫਰਾਡ ਕੀਤਾ ਆਪਦੇ ਸਹੁਰਿਆਂ ਨਾਲ, ਉਹ ਵੀ ਵੇਖ ਲਓ ਇੱਧਰ ਜੀ। ਕਿੰਨਾ ਨੇ ਜਿਹੜੇ ਇਹਨਾਂ ਦੀ ਪ੍ਰਦੀਪ ਕੌਰ ਨੇ, ਉਹਨਾਂ ਦੀ ਪਹਿਲਾਂ ਮੈਰਿਜ ਹੋਈ ਸੀਗੀ ਇੱਧਰ ਧਰਮਕੋਟ ਦੇ ਨਾਲ ਪਿੰਡ ਕਮਾਲਕੇ, ਜਿਹੜੇ ਮਤਲਬ ਤੁਹਾਡੇ ਹਸਬੰਡ ਦੇ ਸਿਸਟਰ ਨੇ, ਨਨਾਣ ਨੇ ਮੇਰੇ। ਉਹਨਾਂ ਦੀ ਪਹਿਲਾਂ ਉੱਥੇ ਮੈਰਿਜ ਹੋਈ ਸੀ, ਮਤਲਬ ਇੰਗਲੈਂਡ ਜਾਣ ਵਾਸਤੇ ਉਹਨਾਂ ਨੇ ਮੈਰਿਜ ਕਰਵਾਈ ਸੀ। ਉੱਥੇ ਜਾ ਕੇ ਉਹਨਾਂ ਨੇ ਫਿਰ ਉਹ ਵੀ ਉਧਰ ਜਾ ਕੇ ਉਹਨਾਂ ਨੇ ਪਤਾ ਨਹੀਂ ਕੁਝ ਕੱਚਾ ਕਰਵਾਇਆ ਸੀ ਕਿ ਮੈਨੂੰ ਇਹ ਨਹੀਂ ਪਤਾ ਹੈਗਾ, ਇਹਨਾਂ ਪਤਾ ਵੀ ਉੱਥੇ ਮੈਰਿਜ ਹੋਈ ਸੀਗੀ। ਉੱਥੇ ਜਾ ਕੇ ਉਹਨਾਂ ਤੋਂ ਪੈਸੇ ਲਏ
ਤੇ ਉਹਨਾਂ ਮੁੰਡਾ ਬਾਹਰ ਕੱਢ ਕੇ ਚਲੀ ਗਈ ਬਾਹਰ ਜਾ ਕੇ ਉੱਥੋਂ ਚਲੋ ਡਿਵੋਰਸ ਵਗੈਰਾ ਲੈ ਕੇ ਫਿਰ ਉਹ ਇੱਧਰ ਆ ਕੇ ਉਹਨੇ ਫਿਰ ਇੰਗਲੈਂਡ ਦੇ ਮੁੰਡੇ ਨਾਲ ਮਤਲਬ ਆਈ ਥਿੰਕ ਲਵ ਮੈਰਿਜ ਕਰਵਾਈ ਸੀ, ਜੋ ਸਾਡੇ ਆਇਆ ਵਾ ਕੰਟੈਕਟ 'ਚ ਆਇਆ ਵਾ ਕਿ ਆ ਕੇ ਉੱਥੇ ਇੰਗਲੈਂਡ ਦੇ ਮੁੰਡੇ ਨਾਲ ਹੀ ਮੈਰਿਜ ਕਰਵਾ ਲਈ ਸੀਗੀ। ਫਿਰ ਉਹਦੇ ਨਾਲ ਮੈਰਿਜ ਹੋ ਗਈ। ਫਿਰ ਹੁਣ ਉਹਦੇ ਨਾਲ ਵੀ ਉਹਦਾ ਚੱਲਦਾ ਪਿਆ ਵਾ ਵੀ ਉਹਨਾਂ ਤੋਂ ਵੀ ਪੈਸੇ ਮੰਗ ਰਹੀ ਆ ਵੀ ਮੇਰਾ ਜ਼ਿਆਦਾ ਸਾਨੂੰ 10 ਲੱਖ ਰੁਪਇਆ 'ਚ ਹੋਇਆ ਸੀਗਾ ਉਹਨਾਂ ਦਾ, ਜੋ ਕਿ ਮੇਰੇ ਕਾਗਜ਼ ਮੇਰੇ ਕੋਲ ਆ ਕਿ 5 ਲੱਖ ਉਹ ਦੇ ਚੁੱਕੇ ਉਹ ਜਿਹੜੇ ਉਹ ਦੋਨੇ ਪਰਿਵਾਰ ਉਹ ਵੀ ਤੁਹਾਡੇ ਕੰਟੈਕਟ ਹਾਂਜੀ ਹਾਂਜੀ, ਉਹ ਵੀ ਮੇਰੇ ਕੰਟੈਕਟ ਸਾਡੇ ਕੰਟੈਕਟ ਮਾਲਕਿਆਂ ਵਾਲਾ ਨਾਲ ਸਾਡਾ ਕੰਟੈਕਟ ਉਹਨਾਂ ਨਾਲ ਨਹੀਂ ਹੈਗਾ, ਇਹਨਾਂ ਜਲੰਧਰ ਵਾਲਿਆਂ ਨਾਲ ਹੈਗਾ ਵਾ, ਜਲੰਧਰ ਵਿਆਹੀ ਹੋਈ ਸੀਗੀ ਤੇ ਉਹਨਾਂ ਨਾਲ ਸਾਡਾ ਕੰਟੈਕਟ ਹੈ, ਉਹ ਵੀ ਸਾਡੇ ਨਾਲ ਖੜੇ ਆ। ਉਹ ਕਹਿੰਦੇ ਜੋ ਤੁਹਾਨੂੰ ਚਾਹੀਦਾ ਸਾਨੂੰ ਅਸੀਂ ਦੇਵਾਂਗੇ, ਜੋ ਵੀ ਸਬੂਤ ਚਾਹੀਦੇ। ਇਹ ਉਹਨਾਂ ਦਾ ਕਿ ਉਹਨਾਂ ਨੇ 10 ਲੱਖ 'ਚ ਇਹਨਾਂ ਨੇ ਕੀਤਾ ਸੀਗਾ ਵਾਲਾ, ਤੇ ਇਹ ਵਾਲਾ ਉਹਨਾਂ ਦਾ ਇਹ ਹੈਗਾ ਇਹ ਮੈਰਿਜ ਸਰਟੀਫਿਕੇਟ ਆ। ਹਾਂਜੀ, ਪ੍ਰਦੀਪ ਕੌਰ ਦਾ। ਤੁਹਾਡੀ ਨਨਾਣ ਦਾ? ਹਾਂਜੀ, ਇਹ ਪ੍ਰਦੀਪ ਕੌਰ ਦਾ ਮੈਰਿਜ ਸਰਟੀਫਿਕੇਟ ਆ ਜੀ। ਤੇ ਉਹਨਾਂ ਤੋਂ ਪਹਿਲਾਂ 10 ਲੱਖ ਰੁਪਏ 'ਚ ਕਰਵਾਇਆ ਸੀ। ਫਿਰ ਕਹਿੰਦੇ ਜਦੋਂ ਉਹਦਾ ਮਤਲਬ ਉਹਨੂੰ ਲੱਗ ਗਿਆ ਪਤਾ ਵੀ ਇੱਧਰ ਨਹੀਂ ਹੁਣ ਉਹ ਜਾ ਸਕਦੀ ਬਾਹਰ, ਕਿਉਂਕਿ ਅਸੀਂ ਐਮਬੈਸੀਆਂ 'ਚ ਪਾਤਾ ਸੀਗਾ। ਉਹਨੇ ਮਤਲਬ ਉਹਦੇ ਬ੍ਰਦਰ ਨੇ ਫਾਈਲ ਲਗਾਤੀ ਸੀ। ਇਹ ਦੂਸਰੇ ਵਿਆਹ ਦਾ ਉਹਨਾਂ ਦਾ? ਹਾਂਜੀ, ਇਹ ਦੂਸਰੇ ਮੈਰਿਜ ਦਾ। ਹਾਂਜੀ ਹਾਂਜੀ, ਇਹ ਦੂਸਰੇ ਮੈਰਿਜ ਦਾ ਵਾ। ਜਲੰਧਰ ਵਾਲਿਆਂ ਤੋਂ ਲੈ ਲਿਆ 10 ਲੱਖ ਰੁਪਇਆ। 10 ਲੱਖ ਰੁਪਏ 'ਚ ਕਿਹਾ ਸੀਗਾ ਤੇ ਉਹਨਾਂ ਨੇ 5 ਦੇਤਾ ਸੀ, 5 ਰਹਿ ਗਿਆ। ਫਿਰ ਕਹਿੰਦੀ ਨਹੀਂ ਅਸੀਂ ਮੈਂ ਤਾਂ ਉੱਥੇ ਰਹਿਣਾ। ਉਹ ਕਹਿੰਦਾ ਵੀ ਮੈਂ ਨਹੀਂ ਰੱਖਣਾ ਕਿਉਂਕਿ ਜੋ ਵੀ ਉਹਨਾਂ ਦੇ ਹੈਗਾ ਸੀਗਾ ਪ੍ਰੋਬਲਮ ਸੀਗੀ। ਫਿਰ ਕਹਿੰਦੇ ਹੁਣ 20 ਲੱਖ ਲੈਣਾ। ਕਿਹੜੇ ਸਾਲ ਦੀ ਗੱਲ ਹੈ ਜੀ ਇਹ ਆਈ ਥਿੰਕ 2017 ਦੀ ਆ। ਇਹ ਬਾਈ ਇਹ ਤੁਹਾਨੂੰ ਪਤਾ ਸੀਗਾ ਵੀ ਪਹਿਲਾਂ ਹੀ ਐ ਗੱਲਬਾਤ ਚੱਲਦੀ ਹੈ ਇਹਨਾਂ ਦੀ? ਇਹ ਜੀ ਜਿਹੜਾ ਕਮਾਲ ਕੇ ਵਿਆਹ ਕਰਾਇਆ ਉਹਦਾ ਮੈਨੂੰ ਪਤਾ ਸੀ। ਇਹ ਜਦੋਂ ਜੀ ਬਾਹਰ ਜਾਣ ਤੋਂ ਪਹਿਲਾਂ ਇਹਨੇ ਕਮਾਲ ਕੇ ਵਿਆਹ ਕਰਾ ਕੇ ਤੇ ਇਹ ਇੰਗਲੈਂਡ ਗਈ ਆ ਉਹਨਾਂ ਤੋਂ ਪੈਸੇ ਲਵਾ ਕੇ ਤੇ ਉੱਥੇ ਵਿਆਹ ਕਰਾ ਕੇ ਇਹ ਪੱਕੇ ਹੋ ਜਾਣਗੇ। ਬੇਟੇ ਨੂੰ ਇਹਨੇ ਉਹ ਕਮਾਲ ਕੇ ਵਾਲਿਆਂ ਨੂੰ ਸਪਾਂਸਰ ਕਰਕੇ ਬਾਹਰ ਸੱਦ ਲਿਆ। ਮੁੜ ਕੇ ਉਹ ਕਹਿੰਦੇ ਵੀ ਤੂੰ ਸਟੱਡੀ ਕੀਤੀ ਵੀ ਆਪਾਂ ਲਾਈਏ ਪੇਪਰ ਗਾਂ ਵੀ ਆਪਾਂ PR ਵਾਸਤੇ। ਉਹ ਪੇਪਰ ਲੱਗੇ ਨਹੀਂ ਤੇ ਬੇਟਾ ਉੱਥੋਂ ਵਾਪਸ ਮੁੜਿਆ ਉਹ ਕਮਾਲ ਕੇ ਵਾਲਾ ਜੀ। ਜੋ ਵਾਪਸ ਆ ਗਿਆ ਤੇ ਇਹਨੇ ਮੁੜ ਕੇ ਉੱਥੇ ਓਵਰਸਟੇ ਹੋ ਗਈ, ਇਹਨੂੰ ਵੀਜ਼ਾ ਨਹੀਂ ਮਿਲਿਆ। ਓਵਰਸਟੇ ਹੋ ਗਈ ਉੱਥੇ ਇਹ ਪਤਾ ਨਹੀਂ ਸਾਰੇ ਹੀ 6 ਮਹੀਨੇ ਰਹਿ ਕੇ ਬਾਅਦ ਦੇ ਵਿੱਚ ਉਹਨਾਂ ਨੇ ਡਿਪੋਰਟ ਕੀਤੀ। ਇਹ ਉੱਥੋਂ ਡਿਪੋਰਟ ਹੋਈ ਵੀ ਹੈ? ਡਿਪੋਰਟ ਹੋਈ ਵੀ ਹੈ ਇਹ। ਤੇ ਜਿਹੜੀ ਆ ਦੂਸਰੀ ਮੈਰਿਜ ਹੋਈ ਉਹਦੇ ਵਿੱਚ ਉਹਦੇ 'ਚ ਵੀ ਮੈਂ ਸਾਰੇ ਵਿੱਚ ਸੀ, ਜਿਹੜਾ ਮੇਰੀਆਂ ਫੋਟੋ ਵੀ ਹੈਗੀਆਂ ਇਹਦੇ ਵਿਆਹ ਦੇ ਵਿੱਚ। ਜਿਹੜਾ ਇਹ ਦੂਜੀ ਮੈਰਿਜ ਹੋਈ ਆ ਉਹਨਾਂ ਨੂੰ ਇਹਨੇ ਇਹ ਨਹੀਂ ਦੱਸਿਆ ਵੀ ਮੈਂ ਡਿਪੋਰਟ ਹੋਈ ਹਾਂ। ਜਿਹੜਾ ਉਹਨਾਂ ਨਾਲ ਰੌਲਾ ਪਿਆ ਉਹਨਾਂ ਨੂੰ ਇਹਨਾਂ ਨੇ ਰੋਲਾ ਰੱਖਿਆ, ਨਾ ਦੱਸਿਆ ਵੀ ਮੇਰੀ ਪਹਿਲਾਂ ਮੈਰਿਜ ਹੋਈ ਸੀ, ਨਾ ਇਹਨੇ ਦੱਸਿਆ ਵੀ ਮੈਂ ਡਿਪੋਰਟ ਹੋਈ ਹਾਂ। ਉਹ ਜਦੋਂ ਜਲੰਧਰ ਵਾਲਿਆਂ ਨਾਲ ਮੈਰਿਜ ਕਰਾ ਕੇ ਇਹ ਉਹ ਕੇਸ ਲਾਇਆ ਉਹਨਾਂ ਨੇ, ਉਹ ਰਿਜੈਕਟ ਹੋ ਗਿਆ। ਜੋ ਦੁਬਾਰਾ ਉਹਨਾਂ ਨੇ ਵਕੀਲ ਕਰਕੇ ਦਾ ਕੇਸ ਲਾਇਆ ਤੇ ਫਿਰ ਐਮਬੈਸੀ ਤੋਂ ਉਹਨਾਂ ਨੂੰ ਲੈਟਰ ਆਈ ਵੀ ਇਹ ਅਸੀਂ ਡਿਪੋਰਟ ਕੀਤੀ ਹੋਈ ਆ, ਵੀ ਅਸੀਂ ਇਹਨੂੰ ਬੁਲਾ ਨਹੀਂ ਸਕਦੇ। ਜਿਹੜਾ ਮੈਰਿਜ ਸਰਟੀਫਿਕੇਟ ਹੈ ਇਹ 'ਚ ਤਾਂ ਡਿਵੋਰਸ ਲਿਖਿਆ ਹੋਗਾ? ਡਿਵੋਰਸ ਲਿਖਿਆ। ਉਹ ਤਾਂ ਫਿਰ ਪਤਾ ਲੱਗ ਗਿਆ ਨਾ ਜਲੰਧਰ ਵਾਲਿਆਂ ਨੂੰ, ਪਰ ਉਹਨੇ ਕੇਸ ਲਾਤਾ। ਪਹਿਲਾਂ ਨਹੀਂ ਪਤਾ ਸੀ, ਦੱਸ ਕੇ ਨਹੀਂ, ਮੈਰਿਜ ਨਹੀਂ ਦੱਸ ਕੇ ਕੀਤੀ। ਜਿੱਦੇ ਮੈਰਿਜ ਸਰਟੀਫਿਕੇਟ ਉਹ ਮੈਰਿਜ ਰਜਿਸਟਰਡ ਕਰਾਉਣ ਲੱਗੇ ਉਦੋਂ ਉਹਨਾਂ ਨੂੰ ਪਤਾ ਲੱਗਾ ਜਲੰਧਰ ਵਾਲਿਆਂ ਨੂੰ ਵੀ ਇਹ ਤਾਂ ਪਹਿਲਾਂ ਵੀ ਮੈਰਿਜ ਕਰਾਈ ਹੋਈ ਸੀ। ਪਰ ਫਿਰ ਉਹ ਬੇਟੇ ਨੇ ਕੁਝ ਨਹੀਂ ਬੋਲਿਆ ਤੇ ਉਹਨਾਂ ਨੇ ਵਿਆਹ ਤੇ ਵੀ ਤਕਰੀਬਨ ਉਹਨਾਂ ਨੇ ਖਰਚਾ ਕੀਤਾ ਸਾਰਾ। ਉਦੋਂ ਵੀ ਇਹਨਾਂ ਨੇ ਖਰਚਾ ਨਹੀਂ ਕੀਤਾ ਕਿਉਂਕਿ ਵੀ ਇਹਨਾਂ ਦੀ ਮੈਰਿਜ ਲਵ ਮੈਰਿਜ ਹੋ ਰਹੀ ਸੀ ਕਰਕੇ, ਤੇ ਬੇਟੇ ਨੂੰ ਕਹਿੰਦੇ ਵੀ ਖਰਚਾ ਤੁਹਾਨੂੰ ਕਰਨਾ ਪੈਣਾ, ਵੀ ਸਾਡੇ ਕੋਲੇ ਕੁਝ ਹੈ ਨਹੀਂ। ਤੇ ਇਹ ਗੱਲ ਤਾਂ ਮੁੰਡੇ ਨੂੰ ਵੀ ਨਹੀਂ ਪਤਾ ਸੀ? ਮੁੰਡੇ ਨੂੰ ਨਹੀਂ ਪਤਾ ਸੀਗਾ ਵੀ ਮੁੰਡੇ ਦਾ ਵੀ ਉਹ ਬਾਹਰਲੇ ਦਾ ਦੂਜਾ ਵਿਆਹ ਸੀ, ਉਹਨੇ ਦੱਸ ਕੇ ਕੀਤਾ ਇਹਨੂੰ। ਉਹਨਾਂ ਨੇ ਦੱਸਿਆ ਸੀ ਵੀ ਸਾਡੇ ਬੇਟੇ ਦਾ ਦੂਸਰਾ ਵਿਆਹ, ਪਰ ਇਹਨੇ ਨਾ ਦੱਸਿਆ। ਪਰ ਉਹ ਜੋ ਰਜਿਸਟਰ ਕਰਾਉਣ ਲੱਗੇ ਫਿਰ ਪਤਾ ਲੱਗਾ, ਉਹ ਕਹਿੰਦੀ ਤੇਰਾ ਵੀ ਦੂਜਾ ਮੇਰਾ ਵੀ ਦੂਜਾ। ਤੇ ਜੇ ਉਹ ਜਿਹੜਾ ਰੌਲਾ ਸੀ ਉਹਦੇ ਵਿੱਚ ਵੀ ਤੁਸੀਂ ਸੀਗੇ ਵਿੱਚ? ਨਹੀਂ, ਮੈਂ ਵਿੱਚ ਹੈ ਨਹੀਂ ਸੀ ਉਹਦੇ ਵਿੱਚ। ਅਸੀਂ ਇਹਨਾਂ ਦੀ ਮੈਰਿਜ 'ਚ ਸੀਗੇ, ਵਿਆਹ 'ਚ ਗਏ ਸੀ? ਵਿਆਹ 'ਚ ਗਏ ਸੀਗੇ। ਸਾਡੇ ਪਿੰਡ ਦੇ ਪਰਿਵਾਰ ਕਾਫੀ ਸੀਗੇ, ਪਰ ਉਹਦੇ ਵਿੱਚ ਇਹਨੇ ਨਾ ਮੁੜ ਕੇ ਆ ਸਾਡੇ ਪਿੰਡ ਦਾ ਇੱਕ ਪੰਚਾਇਤ ਮੈਂਬਰ ਇਹਦੇ ਵਿੱਚ ਫੋਟੋ ਵੀ ਹੈਗੀ ਆ, ਉਹਨੇ ਵਿੱਚ ਪੈ ਗਈ ਇਹਨਾਂ ਦਾ, ਉਹਨਾਂ ਨਾਲ ਰਾਜੀਨਾਮਾ ਕਰਾਤਾ ਸੀ, ਨਿਬੇੜਤਾ, ਡਾਈਵੋਰਸ ਹੋ ਗਿਆ ਸੀ 10 ਲੱਖ 'ਚ। ਤੇ ਇਹ ਕੋਰਟ ਦੇ ਵਿੱਚ ਉਹਨੇ ਡਰਾਫਟ ਦਿੱਤਾ ਇਹਨੂੰ 5 ਲੱਖ ਦਾ ਜੀ ਪ੍ਰਦੀਪ ਕੌਰ ਨੂੰ, ਤੇ ਉਹ ਇਹਨੇ ਆਪਦੇ ਅਕਾਊਂਟ 'ਚ ਜਮ੍ਹਾਂ ਕਰਾ ਲਿਆ। ਬਾਅਦ ਦੇ ਵਿੱਚ ਕੋਰਟ 'ਚ ਫੇਰ ਮੁੱਕਰ ਗਈ ਵੀ ਮੈਂ ਤਾਂ ਵਸਣਾ ਹੈ। 5 ਚੱਕ ਕੇ ਤੇ ਫਿਰ ਮੁੱਕਰ ਗਈ। ਇਹ ਇੰਨਾ ਫਰੋਡ ਕਰਦੀ ਹੈ। ਇਹ ਉਹਦੇ ਉਹ ਕਾਗਜ਼ ਨੇ? ਹਾਂਜੀ, ਉਹ ਕਾਗਜ਼ ਨੇ। ਤੇ ਇਹ ਜਿਹੜਾ ਪਰਿਵਾਰ ਆ ਜਲੰਧਰ ਵਾਲਾ ਤੁਹਾਡੇ ਕੰਟੈਕਟ ਦੇ ਵਿੱਚ? ਹਾਂਜੀ, ਸਾਡੇ। ਤੇ ਜਿਹੜੇ ਉਹ ਪਹਿਲਾਂ ਜਿਨ੍ਹਾਂ ਨਾਲ ਉਹਨਾਂ ਦੀ ਮੈਰਿਜ ਹੋਈ ਸੀ ਉਹ ਕੰਟੈਕਟ 'ਚ ਹੈਗੇ? ਨਹੀਂ, ਉਹ ਕੰਟੈਕਟ ਤਾਂ ਨਹੀਂ ਗਿਆ, ਪਰ ਉਹਨਾਂ ਦਾ ਪਤਾ ਵੀ ਇਹੀ ਪਤਾ ਵੀ ਹਾਂ ਵੀ ਉੱਥੋਂ ਦੇ ਸੀਗੇ। ਧਰਮਕੋਟ ਦੇ ਪਿੰਡ ਕਮਾਲ ਕੇ। ਹਾਂਜੀ ਜੀ, ਉੱਥੋਂ ਦੇ ਸੀਗੇ ਜੀ। ਮਾਤਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੇ ਘਰ ਦੀ ਕੰਡੀਸ਼ਨ ਦੀ? ਤੁਸੀਂ ਪਹਿਲਾਂ ਜਿਵੇਂ ਗੱਲ ਦੱਸੀ ਆ ਹਨਾ, ਜ਼ਮੀਨ ਕਿੰਨੀ ਹੈ ਤੁਹਾਡੇ ਕੋਲੇ? ਸਾਡੇ ਕੋਲ 2.5 ਤੋਂ 3 ਕਿੱਲੇ ਜ਼ਮੀਨ ਦੇ ਆ ਜੀ, ਉਹ ਵੀ ਗਹਿਣੇ ਪਈ ਹੈ, ਜਾਨੀ ਸਾਡੇ ਕੋਲੇ ਕੁਝ ਨਹੀਂ ਗਾ ਇਸ ਵਕਤ। ਉਦੋਂ ਹੀ ਗਹਿਣੇ ਕਰੀ ਆ? ਹਾਂ, ਉਦੋਂ ਦੀ ਗਹਿਣੇ ਕਰੀ। ਉਹ ਸਾਡੇ ਕੋਲੇ ਬਕਾਇਦਾ ਸਾਰੇ ਕਾਗਜ਼ ਪਏ, ਪੈਸਾ ਜਿਹੜਾ ਸੀ ਜੀ ਤੋਂ ਫੜਿਆ ਉਹ ਸਾਡੇ ਕੋਲੇ ਕਾਗਜ਼ ਰੀਜਨਲ ਵਿੱਚ ਲੱਗੇ ਹੋਏ ਆ, ਜੱਜ ਦੇ ਤੇ ਸਾਡੇ ਘਰੇ ਵੀ ਪਏ ਆ। ਮੈਨੂੰ ਤਾਂ ਲੋਕ ਆ ਕੇ ਆਤਨ ਸਵੇਰ ਸਤਾਉਂਦੇ ਆ ਮੇਰੇ ਕੋਲ, ਪਰ ਉਹ ਨੋਟਾਂ ਦਾ ਥੱਬਾ ਪਿਆ। ਮੈਥੋਂ ਲੋਕੀ ਪੈਸੇ ਮੰਗਦੇ, ਆਤਨ ਸਵੇਰ ਵਿਆਜ ਮੰਗਦੇ, ਮੈਂ ਕਿੱਥੋਂ ਦੇਵਾਂ ਲੋਕਾਂ ਨੂੰ? ਮੈਂ ਸਾਰਾ ਪੈਸਾ ਇਹਨਾਂ ਦੇ ਮੁੰਡੇ ਤੇ ਲਾ ਕੇ ਮੈਂ ਬਰਬਾਦ ਹੋ ਗਈ। ਮੇਰੀ ਧੀ ਦੀ ਜ਼ਿੰਦਗੀ ਵੀ ਖਰਾਬ ਕਰਤੀ ਇਹਨਾਂ ਨੇ। ਮੇਰੀ ਧੀ ਨਾਲ ਕੌਣ ਵਿਆਹ ਕਰਾਊਗਾ ਹੁਣ ਇਸ ਤੋਂ ਬਾਅਦ 'ਚ? ਇਹ ਕਹਿੰਦੇ ਇਹਨਾਂ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ, ਤੇ ਮੇਰਾ ਲੱਗਿਆ ਪੈਸਾ ਮੈਨੂੰ ਮਿਲਣਾ ਚਾਹੀਦਾ।
ਇਹ ਕਹਿੰਦੇ ਕਿ 14 ਲੱਖ ਦਿੱਤਾ, ਕੋਈ ਸਬੂਤ ਦਿਖਾਓ। ਸਾਡੇ ਕੋਲੇ ਪੈਲੀ ਦੇ ਜੋ ਕਿ 14 ਲੱਖ ਚ ਦਿੱਤੀ ਸੀਗੀ, ਉਹਦੇ ਸਬੂਤ ਆ ਪਏ ਆ, ਤੁਹਾਨੂੰ ਮੈਂ ਦਿਖਾ ਵੀ ਦਿੰਨੀ ਆ। ਤੇ ਬਾਕੀ ਕਹਿੰਦੇ ਗਲਤ ਇਲਜ਼ਾਮ ਬਾਬਾ ਜੀ ਤੇ ਲਾਉਂਦੇ ਆ, ਕਹਿੰਦੇ ਆ ਕਿ ਉਹਨਾਂ ਨੇ ਪੈਲੀ ਇਹਨਾਂ ਦੀ ਇੱਥੇ ਮੂਹਰੇ ਲਈ ਵੀ ਆ, ਉੱਥੇ ਘੋੜੇ ਛੱਡਿਆ। ਇਹਨਾਂ ਦਾ ਮਤਲਬ ਜੋ ਮੇਰੇ ਤਾਇਆ ਜੀ ਦੇ ਬੇਟੇ ਆ, ਉਹਨਾਂ ਦਾ ਮਤਲਬ ਕਿ ਪੈਲੀ ਉਹਨਾਂ ਦੀ ਆ, ਤੇ ਉਹਨਾਂ ਨੇ ਜੋ ਵੀ ਘੋੜੇ ਵਗੈਰਾ ਉਹਨਾਂ ਨੇ ਲੈ ਕੇ, ਹੁਣ ਉਹ ਤਾਂ ਕੋਈ ਵੀ ਲੈ ਸਕਦਾ, ਘੋੜੇ ਰੱਖਣਾ ਕੋਈ ਗਲਤ ਕੰਮ ਤਾਂ ਨਹੀਂ ਹੁੰਦਾਗਾ। ਇਹ ਮਤਲਬ ਕਿ ਇਦਾਂ ਦੀ ਗਲਤ ਇਲਜ਼ਾਮ ਲਗਾ ਰਹੇ ਆ ਮੀਡੀਆ 'ਚ। ਜਿਹੜੇ ਇਹ ਤੁਸੀਂ ਪੈਲੀ ਗਹਿਣੇ ਕਰੀਏ, ਇਹ ਵੀ ਉਹੀ ਤਰੀਕਾਂ ਹੋਣਗੀਆਂ, ਤਰੀਕਾਂ ਦੀ ਪਤਾ? ਹਾਂਜੀ, ਤਰੀਕਾਂ ਤਾਂ ਉਹੀ ਆ। ਹਾਂਜੀ, 2014 ਦੀਆਂ ਤਰੀਕਾਂ ਵਾ, 2014 ਦੀਆਂ ਤਰੀਕਾਂ, ਉਹਦੀ ਪਹਿਲੇ ਗਹਿਣ ਕੀਤੀ ਸੀ ਤੇ ਉਹਦੀਆਂ ਤਰੀਕਾਂ ਹੈਗੀਆਂ ਸਾਡੇ ਕੋਲ ਟੋਟਲੀ ਪ੍ਰੂਫ ਹੈਗੇ ਆ ਸਾਰੇ ਜੋ ਵੀ ਹੈਗੇ ਆ। ਤੁਸੀਂ ਪਹਿਲਾਂ ਇਹ ਵੀ ਦੱਸ ਰਹੇ ਸੀ ਵੀ ਜਿਹੜੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਆ, ਤੁਸੀਂ ਉਹਨਾਂ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ? ਹਾਂਜੀ, ਮਨੀਸ਼ਾ ਭਲਾਟੀ ਜੀ ਨੂੰ ਅਸੀਂ ਕਾਲ ਕੀਤੀ ਸੀਗੀ। ਪਹਿਲਾਂ ਸਾਨੂੰ ਪਤਾ ਲੱਗਾ ਸੀ ਕਿ ਉਹ ਬਰਨਾਲੇ ਆ ਰਹੇ ਆ, ਬਟ ਫਿਰ ਉਹਨਾਂ ਦਾ ਕਾਲ ਨਹੀਂ ਲੱਗੀ। ਫਿਰ ਅਸੀਂ ਉਹਨਾਂ ਦੇ ਆਫਿਸ 'ਚ ਕੰਟੈਕਟ ਕੀਤਾ ਸੀ। ਉਹ ਕਹਿੰਦੇ ਵੀ ਤੁਹਾਨੂੰ ਪਹਿਲਾਂ ਅਪਾਇੰਟਮੈਂਟ ਲੈਣੀ ਪਏਗੀ, ਫਿਰ ਵੀ ਤੁਸੀਂ ਇੱਥੇ ਆ ਸਕਦੇ ਆ, ਫਿਰ ਅਸੀਂ ਤੁਹਾਨੂੰ ਬੁਲਾਵਾਂਗੇ। ਫਿਰ ਮੈਂ ਉਹਨਾਂ ਨੂੰ ਹਜੇ ਮੇਲ ਪਾਈ ਹੋਈ ਆ, ਉਹਨਾਂ ਦਾ ਅਪਾਇੰਟਮੈਂਟ ਵੀ ਮਿਲੇਗੀ ਅੱਗੇ ਜਾ ਕੇ। ਹਾਂਜੀ ਜੀ, ਸੋ ਧੰਨਵਾਦ, ਤੁਸੀਂ ਸਮਾਂ ਦਿੱਤਾ। ਸੋ ਇਹ ਜਿਹੜਾ ਮਾਮਲਾ ਸੀ, ਅਸੀਂ ਜ਼ਰੂਰ ਮੁੰਡੇ ਵਾਲਿਆਂ ਦਾ ਜਿਹੜਾ ਪੱਖ ਆ, ਪਿੰਡ ਰੌਲੀ ਮਨਪ੍ਰੀਤ ਸਿੰਘ ਦੇ ਪਰਿਵਾਰ ਦਾ ਜਿਹੜਾ ਪੱਖ ਆ, ਉਹਨਾਂ ਦੇ ਫਾਦਰ ਸਾਹਿਬ, ਮਦਰ, ਜਾਂ ਜੋ ਉਹਨਾਂ ਦੇ ਸਿਸਟਰ ਆ ਜਿਨ੍ਹਾਂ ਦਾ ਨਾਮ ਸਾਹਮਣੇ ਆਇਆ, ਜਾਂ ਇੱਕ ਹੋਰ ਮਾਮਲਾ ਸਾਹਮਣੇ ਆਇਆ, ਉਹਨਾਂ ਦਾ ਪੱਖ ਲਵਾਂਗੇ ਜੋ ਉਹਨਾਂ ਨੇ ਦਿੱਤਾ। ਉਹਨਾਂ ਕੋਲ ਇੱਕ ਅਸੀਂ ਰਾਬਤਾ ਕਰ ਰਹੇ ਹਾਂ। ਪਰ ਜਿਹੜੀ ਸਾਰੀ ਤੁਸੀਂ ਵੀ ਕਹਾਣੀ ਇਹ ਸਮਝ ਲਈ ਹੋਣੀ ਆ, ਕੀ ਕਹਾਣੀ ਆ? ਪ੍ਰਵਾਸ ਤੋਂ ਇੱਥੋਂ ਬੇਰੁਜ਼ਗਾਰੀ, ਪ੍ਰਵਾਸ ਤੇ ਪ੍ਰਵਾਸ ਤੋਂ ਬਾਅਦ ਜਿਹੜਾ ਪੰਜਾਬੀਆਂ ਧੋਖਾਧੜੀ ਕਰ ਰਹੇ ਨੇ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਪਰ ਜਿਹੜੇ ਇਹ ਬੜੇ ਸਾਰੇ ਮਾਮਲੇ ਪੰਜਾਬ ਦੇ ਵਿੱਚ, ਜਿੱਥੋਂ ਤੱਕ ਸਾਨੂੰ ਪਤਾ ਲੱਗਿਆ, ਜਾਂ ਜਿਹੜੀ ਬਰਨਾਲੇ ਦੀ ਕੰਡੀਸ਼ਨ ਸੀ, ਕਿੰਨੇ ਪਰਿਵਾਰ ਉੱਥੇ ਆਏ, ਲਗਭਗ 3000 ਦੇ ਮਾਮਲਾ ਕਰੀਬ ਦੱਸਿਆ ਜਾ ਰਿਹਾ ਹੈਗਾ। ਪਹਿਲਾਂ ਵੀ ਅੱਜ ਤੋਂ ਇੱਕ ਦਹਾਕਾ ਜੇ ਪਹਿਲਾਂ ਦੀ ਗੱਲ ਕਰਦੇ ਹਾਂ, ਉਦੋਂ ਹੀ ਇਹੋ ਜਿਹੇ ਮਾਮਲੇ ਬੜੇ ਨੇ। ਪਹਿਲਾਂ ਲੋਕ ਚੁੱਪ ਕੀਤੇ ਬੈਠੇ ਸੀ, ਪਰ ਲਵਪ੍ਰੀਤ ਬੇਅੰਤ ਕੌਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਫਿਰ ਬੋਲਣ ਲੱਗੇ ਨੇ, ਹਾਈਲਾਈਟ ਹੋਏ ਨੇ ਮਾਮਲੇ। ਜਿਵੇਂ ਇਹਨਾਂ ਦਾ ਮਾਮਲਾ ਪਹਿਲਾਂ ਤੋਂ ਹੀ ਪੁਲਿਸ ਕੰਪਲੇਂਟ ਕੀਤੀ ਹੋਈ ਸੀ, ਕੋਰਟ ਦੇ ਵਿੱਚ ਸੀਗਾ, ਮੁੰਡੇ ਦਾ ਪਾਸਪੋਰਟ ਕੈਂਸਲ ਆ, ਤੇ ਅੱਜ ਮੁੰਡੇ ਦਾ ਪਤਾ ਵੀ ਨਹੀਂ। ਬਾਈ ਜੀ, ਤੁਹਾਨੂੰ ਕੁਝ ਪਤਾਗਾ? ਮੁੰਡਾ ਵੀ ਨਹੀਂ ਪੈਗਾ, ਕਿੱਥੇ ਆ, ਕੋਈ ਪਤਾ? ਸਾਨੂੰ ਮਾੜਾ ਮੋਟਾ ਨਾ ਕੋਈ ਜਿਹੜੇ ਉੱਥੇ ਆਪਣੇ ਪਿੰਡੂ, ਸਾਡੇ ਪਿੰਡ ਦੇ ਪਰਿਵਾਰਕ 4-5 ਰਹਿ ਰਹੇ ਆ, ਹਾਂ, ਉਹਨਾਂ ਤੋਂ ਇੰਨਾ ਕੁ ਪਤਾ ਲੱਗਦਾ ਵੀ ਇੱਥੇ ਟਰੱਕ ਚਲਾਉਂਦਾ ਵੀ ਆਉਂਦਾ ਜਾਂਦਾ, ਪਰ ਉਹ ਜਿਹੜੀ ਜਗ੍ਹਾ ਤੇ ਰਹਿ ਰਿਹਾ ਉਹ ਕਿਸੇ ਨੂੰ ਦੱਸ ਨਹੀਂ ਰਿਹਾ। ਹਾਂ, ਜਾਂ ਕਿਸੇ ਨੂੰ ਨਾ ਉਹ ਆਪਦਾ ਕਨੈਕਟ ਨੰਬਰ ਦੇ ਰਿਹਾ, ਨਾ ਉਹ ਦੱਸ ਰਿਹਾ, ਤੇ ਹੈ ਉਹ ਵੀ ਨਹੀਂ ਪੈਗੀ ਰਹਿ ਰਿਹਾ। ਤੇ ਇੱਕ ਇਹਨਾਂ ਨੇ ਜੀ ਜਿਹੜਾ ਇਹ ਇਲਜ਼ਾਮ ਲਾਇਆ ਸੀ ਵੀ ਗਾਤਰੇ ਪਾ ਕੇ ਇਹ ਫਰੌਡੀ ਹੈ ਜੀ, ਇਹ ਗਲਤ ਹੈ। ਤੁਹਾਨੂੰ ਕਿਹਾ ਸੀ? ਹਾਂਜੀ, ਇਹਨਾਂ ਨੇ ਕਿਹਾ ਸੀ ਵੀ ਗਾਤਰੇ ਪਾ ਕੇ ਇਹ ਫਰੌਡ ਕਰਦੇ, ਜਿੰਨੇ ਗਾਤਰਿਆਂ ਵਾਲੇ, ਕੱਲਾ ਮੈਨੂੰ ਨਹੀਂ ਕਿਹਾ, ਸਾਰੇ ਕਹੇ ਵੀ ਜਿੰਨੇ ਗਾਤਰਿਆਂ ਵਾਲੇ ਇਹ ਤਾਂ ਜੀ ਸਾਰੇ ਫਰੌਡੀ ਹੈ। ਹਾਂ, ਤੇ ਜੇ ਇਹਨਾਂ ਨੂੰ ਕਹੀਏ ਤਾਂ ਹਰਮੰਦਰ ਸਾਹਿਬ, ਦਰਬਾਰ ਸਾਹਿਬ ਵੀ ਸਿਰ ਤੇ ਚੱਕ ਲੈਣਗੇ। ਪਰ ਅਸੀਂ ਆਨੇ ਵੀ ਜੇ ਇਹ ਸੱਚੇ ਆ ਤਾਂ ਚੱਲ ਅਸੀਂ ਤਾਂ ਚੱਕ ਲਾਂਗੇ ਨਾ, ਇੱਥੇ ਝੂਠ ਮਾਰਨ ਵਾਲੇ ਆ। ਜੇ ਇਹ ਅਮਰਜੀਤ ਦੀ ਵਾਈਫ ਜਾਂ ਪ੍ਰਦੀਪ ਕੌਰ ਸੱਚੇ ਆ, ਤੇ ਇਹ ਮਹਾਰਾਜ ਦੇ ਸਰੂਪ ਮੂਹਰੇ ਖੜ ਕੇ ਹੱਥ ਧਰ ਕੇ ਇੱਕ ਵਾਰ ਕਹਿ ਦੇਣ ਵੀ ਅਸੀਂ ਸੱਚੇ ਆ। ਨੰਬਰ ਇਹ ਇਹਨਾਂ ਨੇ ਇੰਟਰਵਿਊ 'ਚ ਗੱਲ ਕਹੀ? ਇਹ ਇੰਟਰਵਿਊ 'ਚ ਕਿਹਾ। ਫਿਰ ਉਹ ਕਹਿੰਦੇ ਜੀ ਮੱਸਾ ਸਿੰਘ ਜੀ ਇੱਕ ਕਮਰਾ ਸੀ ਜੀ 'ਚ ਰਹਿ ਰਿਹਾ ਸੀ, ਅੱਜ ਕੋਠੀ ਪਾਈ ਬੈਠਾ ਹੈ। ਚਲੋ ਮੇਰੇ ਬੇਟੇ ਵੀ 2 ਬਾਹਰ ਗਏ ਆ, ਸਾਡੇ 2 ਭਰਾਵਾਂ ਕੋਲ 35 ਕਿੱਲੇ ਜ਼ਮੀਨ ਹੈ, ਸਾਡੇ ਕੋਲ 2 ਟਰੈਕਟਰ ਹੈ। ਤੇ ਸਾਡੇ ਖਾਨਦਾਰ ਬਾਰੇ ਪਤਾ ਕਰੇ, ਸਾਡਾ ਜਿਹੜਾ ਦਾਦਾ ਸੀ ਪਹਿਲਾਂ, ਜਦੋਂ ਸਾਡੇ ਦਾਦੇ ਕੋਲ 21 ਕਿੱਲੇ ਜ਼ਮੀਨ ਸੀ, ਜਦੋਂ ਅਸੀਂ ਚਾਚੇ ਤਾਏ ਆਪਸ ਵਿੱਚ ਅੱਡ ਹੋਏ ਆ, ਉਸ ਟਾਈਮ ਸਾਡੇ ਕੋਲ 100 ਕਿੱਲਾ ਜ਼ਮੀਨ ਸੀ। ਹੁਣ ਘੱਟੋ ਘੱਟ ਸਾਡੇ ਡੈਡੀ ਹੁਣੀ 3 ਭਾਈ ਸੀ, ਤਿੰਨਾਂ ਦੇ ਬੱਚਿਆਂ ਕੋਲੇ ਸਾਡੇ ਕੋਲੇ 100-125 ਕਿੱਲਾ ਜ਼ਮੀਨ ਹੈ। ਸਾਡੇ 18 ਮੋਟਰਾਂ ਲੱਗੀਆਂ ਹੋਈਆਂ। ਇਹ ਸਾਡੇ ਨਾਲ ਗੱਲ ਕਰਦੇ, ਇਹ ਕਹਿੰਦੇ ਵੀ ਇੱਕ ਕਮਰੇ 'ਚ ਬੈਠਾ ਸੀ ਤੇ ਅੱਜ ਕੋਠੀ ਪਾਈ ਬੈਠਾ। ਮੈਂ ਜੇ ਆਪਦੇ ਬੱਚੇ ਭੇਜੇ ਆ ਤੇ ਜਾਂ ਮੈਂ ਆਪਦਾ ਕੋਠੀ ਪਾਈ ਹੈ ਨਾ, ਮੈਂ ਆਪਦੇ ਦਮ ਤੇ ਪਾਈ ਹੈ। ਤੇ ਜਿਹੜੇ ਜਿੱਥੇ ਮੈਂ ਆਪਦੇ ਬੇਟੇ ਵਿਆਹੇ ਆ, ਉਹ ਪਰਿਵਾਰ ਵੀ ਜੇ ਤੁਹਾਨੂੰ ਦਿਖਾਈਏ, ਤੁਸੀਂ ਆਪੇ ਹੀ ਦੱਸ ਦਿਓ ਵੀ ਇਹਨਾਂ ਤੋਂ ਇਹਨੇ ਪੈਸੇ ਲਏ ਆ ਜਾਂ ਨਹੀਂ ਲਏ। ਇਹ ਲਫ਼ਜ਼ ਵਿੱਚ ਬੋਲਦੀ ਹੈ ਵੀ ਇਹਨੇ 50-50 ਲੱਖ ਰੁਪਈਆ ਲੈ ਲਿਆ ਆਪਦੇ ਬੱਚੇ ਵਿਆਹ ਕੇ। ਤੇ ਮੇਰੇ ਪਿਛੋਕੜਵਾਈ ਹੋਏ ਜਦੋਂ ਮੈਂ ਆਜ ਜ਼ਮੀਨ ਤੇ ਮੈਂ ਇੱਕ ਹੋਰ ਵੀ ਕੰਮ ਕਰਦਾ, ਘੱਟੋ ਘੱਟ 12 ਸਾਲ ਹੋ ਗਏ ਮੈਨੂੰ ਕੋਈ ਐਗਰੀਕਲਚਰ ਦੀ ਰਿਟਰਨ ਨਹੀਂ ਭਰਦਾ। ਮੈਂ 12 ਤੋਂ 15 ਲੱਖ ਦੀ ਹਰ ਸਾਲ ਆਪਦੀ ਰਿਟਰਨ ਭਰ ਰਿਹਾ। ਮੈਂ ਤੁਹਾਨੂੰ ਰਿਟਰਨਾਂ ਦੇ ਪ੍ਰੂਫ ਦੇ ਸਕਦਾ। ਇੱਕ ਬਾਈ ਜੀ ਮੈਨੂੰ ਇੱਕ ਹੋਰ ਗੱਲ ਦੱਸਿਓ, ਜਦੋਂ ਹੁਣ ਇਹ ਉਹ ਨਿੱਜੀ ਇੱਕ ਟੀਵੀ ਚੈਨਲ ਤੇ ਪਹਿਲਾਂ ਇਹਨਾਂ ਕੋਲੇ ਆਏ ਨੇ, ਉਹ ਫਿਰ ਉਧਰ ਵੀ ਗਏ ਨੇ, ਉਧਰਲਾ ਪੱਖ ਵੀ ਸਾਹਮਣੇ ਆਇਆ ਹੈਗਾ, ਤੁਹਾਡੇ ਪਿੰਡ ਦੇ ਨੇ, ਪੰਚਾਇਤ ਕੋਈ ਆਈ ਜਾਂ ਪੰਚਾਇਤ ਨਾਲ ਰਾਬਤਾ ਕੀਤਾ, ਤੁਹਾਡੇ ਤੇ ਵੀ ਇਲਜ਼ਾਮ ਲੱਗੇ, ਜਾਂ ਤੁਸੀਂ ਸਰਪੰਚ ਸਾਹਿਬ ਕੋਲੇ ਗਏ ਹੋ, ਕੋਈ ਗੱਲਬਾਤ? ਅਸੀਂ ਕੀਤੀ ਸਰਪੰਚ ਸਾਹਿਬ ਨੂੰ। ਉਹ ਕਹਿੰਦਾ ਵੀ ਜਦੋਂ ਤੁਸੀਂ ਕਹੋਗੇ ਅਸੀਂ ਇਕੱਠੇ ਹੋ ਜਾਾਂਗੇ, ਪੰਚਾਇਤ ਕਰ ਲੈਣੀ ਇਕੱਠੀ, ਆਪਾਂ ਇਹਨਾਂ ਨੂੰ ਪੁੱਛ ਲੈਂਦੇ ਆ। ਪਰ ਉਹ ਕਹਿੰਦਾ ਵੀ ਇਹਨਾਂ ਨੇ ਤਾਂ ਗਾਲਾਂ ਹੀ ਕੱਢਣੀਆਂ ਤੁਹਾਨੂੰ। ਇਹ ਬੰਦਾ ਬਹੁਤ ਬੋਲਦੇ ਆ, ਇਹ ਹਰ ਚੀਜ਼ 'ਚ ਰੂਡ ਬੋਲਦੇ ਆ। ਪਰ ਸਾਡਾ ਇੱਕ ਆਦਤ ਆ ਆਪਦੀ, ਸਾਡੀ ਹੈਬਿਟ ਹੈ ਵੀ ਆਪਾਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਲਫ਼ਜ਼ ਨਾ ਕਹੋ। ਗੱਲ ਕਰੋ ਬਹਿ ਕੇ ਪ੍ਰੱਪੇ ਤੌਰ ਤੇ ਕਰੋ। ਬਾਕੀ ਵੈਸੇ ਹੀ ਬੰਦਾ ਤਾਂ ਪੰਚਾਇਤ 'ਚ ਬੈਠਾ ਵੀ ਗੱਲ ਗਲਤ ਕਰਦਾ, ਉਹ ਨਹੀਂ ਚੰਗੀ ਲੱਗਦੀ, ਇਹ ਤਾਂ ਟੀਵੀ ਤੇ ਗਲਤ ਬੋਲੀ ਜਾਂਦੇ।
ਇੱਕ ਰਮਨ ਜੀ, ਇੱਕ ਮੈਂ ਇਹਨਾਂ ਬਾਰੇ ਵੀ ਪੁੱਛਣਾ ਚਾਹੂੰਗਾ, ਇਹ ਤੁਹਾਡੇ ਨਾਲ ਖੜੇ ਨੇ ਪਹਿਲੇ ਦਿਨ ਤੋਂ? ਹਾਂਜੀ, ਇਹ ਪਹਿਲੇ ਦਿਨ ਤੋਂ, ਨਾਲੇ ਇਹਨਾਂ ਤੇ ਇੰਨੀਆਂ ਦਰਖਾਸਤਾਂ, ਇਹਨੇ ਗਲਤ ਮਤਲਬ ਜੋ ਇਲਜ਼ਾਮ ਮੈਂ ਬੋਲ ਵੀ ਨਹੀਂ ਸਕਦੀ ਇੱਕ ਕੁੜੀ ਹੋਣ ਦੇ ਨਾਂ ਤੇ, ਉਹ ਇਲਜ਼ਾਮ ਲਗਾ ਰਹੀ ਆ ਉਹ ਇਹਨਾਂ ਤੇ। ਪਰ ਫਿਰ ਵੀ ਉਹ ਸਾਡੇ ਨਾਲ ਖੜੇ ਆ। ਮੈਂ ਤਾਂ ਇਹਨਾਂ ਦਾ ਬਹੁਤ ਜ਼ਿਆਦਾ ਵੀ ਧੰਨਵਾਦੀ ਆ ਵੀ ਜੇ ਇਹ ਖੜੇ ਆ। ਬਾਕੀ ਇੱਕ ਉਹ ਜਦੋਂ ਸਾਰਾ ਖਰਚਾ ਹੋ ਗਿਆ ਸੀ, ਜੋ 4-5 ਮੰਥ ਹੋ ਗਏ, ਬਾਅਦ ਚੋਂ ਫਿਰ ਕਹਿੰਦੇ ਸਾਨੂੰ ਅਸੀਂ ਤੁਹਾਡੀ ਫਾਈਲ ਲਾਉਣੀ ਆ ਵੀ ਮੈਨੂੰ ਸਾਨੂੰ ਪੈਸੇ ਦਿਓ। ਅਸੀਂ ਫਿਰ ਉਹ ਪੈਸੇ ਕਹਿੰਦੇ ਕਿ $2000 ਅਸੀਂ ਜੋ ਕਿ ਬਣਵਾ ਕੇ ਦਿੱਤੇ ਸੀਗੇ ਡਾਲਰਾਂ 'ਚ ਪੈਸੇ, ਤੇ ਉਹਦੀ ਬਕਾਇਦਾ ਰਿਕਾਰਡਿੰਗ 2 ਲੱਖ ਨੂੰ ਕਨਵਰਟ ਕਰਾ ਕੇ ਡਾਲਰ ਨਗਦ ਦੇਣ ਗਏ ਸੀ, ਕਹਿੰਦੇ ਨਗਦ ਨਹੀਂ ਲੈਣੇ, ਸਾਨੂੰ ਡਾਲਰਾਂ 'ਚ ਦਿਓ। ਡਾਲਰਾਂ 'ਚ ਜੋ ਕਿ ਪੈਸੇ ਦਿੱਤੇ ਗਏ। ਹੋਰ ਪਿਆ। ਹਾਂਜੀ, ਤੇ ਉਹ ਫਾਈਲ ਲਗਾਉਣ ਵਾਸਤੇ ਉਹ ਦਿੱਤੇ ਸੀ। ਉਹ ਫਾਈਲ ਜੋ ਪੈਸੇ ਅਸੀਂ ਦਿੱਤੇ ਸੀ ਉਹ ਲਗਾ ਕੇ ਇਹਨਾਂ ਦੇ ਡੈਡੀ ਜੋ ਸੀਗੇ, ਜੋ ਕਿ ਇੱਧਰ ਸੀਗੇ ਹਜੇ, ਉਹ ਆਪਣੀ ਟਿਕਟਾਂ ਲੈ ਕੇ ਉਹ ਬਾਹਰ ਚਲੇ ਗਏ ਵਿਆਹ ਤੋਂ 4-5 ਮਹੀਨੇ ਬਾਅਦ। ਹਾਂਜੀ, ਬਾਕੀ ਜਿਹੜੇ ਸਾਥੋਂ ਪੈਸੇ ਇਹ ਕਹਿੰਦੇ ਵੀ ਸਾਨੂੰ ਪ੍ਰੂਫ ਦਿਓ, ਹਰ ਗੱਲ 'ਚੋਂ ਟੀਵੀ ਤੇ ਇਹ ਕਹਿ ਰਹੀ ਹੈ ਵੀ ਸਾਨੂੰ ਪ੍ਰੂਫ ਦੇਣ, ਅਸੀਂ ਪੈਸੇ ਦੇਣ ਨੂੰ ਤਿਆਰ ਆ, ਸਾਨੂੰ ਪ੍ਰੂਫ ਦੇਣ, ਅਸੀਂ ਪੈਸੇ ਦੇਣ ਨੂੰ ਤਿਆਰ ਆ। ਤੇ ਪੈਸੇ ਤਾਂ ਮੱਸਾ ਜਾਂ ਬਾਬਾ ਖਾ ਗਿਆ। ਬਾਬੇ ਦਾ ਜਦ ਕਿ ਬਾਬਾ ਜੀ ਦੇ ਇਹਦੇ ਵਿੱਚ 1% ਵੀ ਰੋਲ ਹੈ ਨਹੀਂ। ਜਿਹੜੀ 10 ਬੋਝ ਪਾਈ ਜਾਂ ਗੱਲਬਾਤ ਕੀਤੀ ਸਾਰੀ ਮੈਂ ਕੀਤੀ। ਇੱਕ ਜ਼ਰੂਰ ਹੈ ਵੀ ਅਸੀਂ ਉੱਥੇ ਸੰਗਤ ਆਉਂਦੀ ਕਰਕੇ ਵੀ ਆਉਣ ਜਾਣ ਕਰਕੇ ਅਸੀਂ ਗੁਰੂ ਘਰ ਦਰਬਾਰ ਸਾਹਿਬ 'ਚ ਬਹਿ ਜ਼ਰੂਰ ਗਏ। ਉੱਥੇ ਗੁਰੂ ਘਰ ਇਸ ਦਰਬਾਰ 'ਚ ਬਹਿ ਕੇ ਗੱਲ ਕਰ ਲਈ, ਬਾਬਿਆਂ ਦਾ ਕੋਈ ਰੋਲ ਨਹੀਂ। ਇੱਕ ਮੈਨੂੰ ਇਹ ਦੱਸੋ, ਜਿਹੜਾ $2 ਲੱਖ ਤੁਸੀਂ $2000 ਦੀ ਗੱਲ, ਉਹਦਾ ਪ੍ਰੂਫ ਹੈਗਾ ਤੁਹਾਡੇ ਕੋਲ? ਹਾਂਜੀ, ਉਹਦੀ ਰਿਕਾਰਡਿੰਗ ਹੈਗੀ ਸਾਡੇ ਕੋਲੇ, ਜੋ ਕਿ ਮੰਗ ਰਹੇ ਨੇ। ਇੱਕ ਮਿੰਟ, ਅਸੀਂ ਉਸ ਟਾਈਮ ਇਹਨਾਂ ਨੂੰ ਜਦੋਂ ਪੈਸੇ ਦਿੱਤੇ ਨਾ, ਮੈਂ ਤਾਂ ਬਾਹਰ ਸੀ, ਇਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਵੀ ਭਾਈ ਤੁਸੀਂ ਇਹਨਾਂ ਤੋਂ ਜੋ ਪੈਸੇ ਕਹਿੰਦੇ ਵੀ ਫਾਈਲ ਲਾਉਣੀ, ਤੁਹਾਨੂੰ ਪੈਸੇ ਦਿਓ। ਰਮਨ ਕਹਿਣ ਲੱਗੀ ਵੀ ਕਿਵੇਂ ਕਰੀਏ ਅੰਕਲ? ਮੈਂ ਕਿਹਾ ਵੀ ਜਿੱਥੇ ਅੱਗੇ ਪੈਸੇ ਲਾ ਦੇ ਨਾ, ਹੁਣ ਹੋਰ ਜਦੋਂ ਵੀ ਆਪਣਾ ਸ਼ਾਇਦ ਭਲਾ ਹੋ ਜੇ। ਜੇ ਆਪਣੀ ਫਾਈਲ ਲੱਗ ਗਈ, ਇੱਕ ਵਾਰ ਤੂੰ ਬਾਹਰ ਚਲੀ ਗਈ, ਫਿਰ ਮੁੰਡੇ ਨੂੰ ਵੀ ਸਮਝਾ ਲਾਂਗੇ, ਤੈਨੂੰ ਸਮਝਾ ਲਾਂਗੇ, ਤੁਹਾਡਾ ਘਰ ਵੱਜ ਜੂ। ਪਰ ਉਹ ਕੀ ਹੋਇਆ, ਸਾਨੂੰ ਨਹੀਂ ਪਤਾ ਸੀ ਇਹ ਫਰੌਡ ਹੀ ਕਰੀ ਜਾਂਦੇ ਆ। ਉਹ ਜਦੋਂ ਕਹਿਣ ਲੱਗੇ, ਇਹ ਕਹਿੰਦੀ ਵੀ, ਮੈਂ ਕਿਹਾ ਵੀ ਤੁਸੀਂ ਉਹਨੇ ਅਕਾਊਂਟ 'ਚ ਪਾਇਓ ਪੈਸੇ, ਵੀ ਅੱਗੇ ਜਿਹੜੇ ਆਪਾਂ ਦੇ ਦਿੱਤੇ। ਇਹਨੂੰ ਆਜੀ ਕਹਿੰਦੀ ਵੀ ਉਹ ਕੁੜੀ ਨੇ ਫੋਨ ਕੀਤਾ, ਉਹ ਰਿਕਾਰਡਿੰਗ ਸਾਡੀ ਵਿੱਚ ਜ਼ਰੂਰ ਐਡ ਕਰਿਓ ਤੁਸੀਂ, ਸਾਡੀ ਬੇਨਤੀ ਹੈ। ਹੈਲੋ ਹਾਂ, ਮੈਨੂੰ ਕਿਵੇਂ? ਵਧੀਆ, ਤੁਸੀਂ ਦੱਸੋ? ਠੀਕ ਆ। ਠੀਕ ਆ, ਕੀ ਤੇ ਕਰਦੇ ਉਹ ਬਣਿਆ ਨਹੀਂ ਅਜੇ ਕੁਛ ਕਾਹਦਾ? ਪੈਸਿਆਂ ਦਾ? ਹਾਂ, ਹੋ ਗਿਆ ਪੈਸੇ ਦਾ, ਤੁਹਾਨੂੰ ਪੁੱਛਿਆ ਨਹੀਂ ਸਕਦੀਪ ਨੇ ਅਕਾਊਂਟ? ਨਹੀਂ ਉਹ ਤੁਸੀਂ ਮੈਨੂੰ ਫੜਾ ਦਿਓ, ਅਕਾਊਂਟ 'ਚ ਨਹੀਂ ਪੈਣੇ ਹੈਗੇ। ਉਹ ਅਕਾਊਂਟ ਹੁਣ ਤਾਂ ਮੈਂ ਬਾਬੇ ਦੇ ਆ, ਤੇ ਫਿਰ ਮੈਂ ਸ਼ਾਮ ਨੂੰ ਕੋਈ ਨਾ ਗੱਲ ਕਰਾ ਲੈਣੀ। ਆਹੋ ਚਲੋ ਦੱਸ ਦਿਓ ਫਿਰ। ਠੀਕ ਹੈ, ਕੋਈ ਨਾ, ਠੀਕ। ਵੀ ਉਹ ਤੁਸੀਂ ਐਡ ਕਰਨੀ ਹੈ। ਇਹਨੇ ਉਹ ਕੁੜੀ ਕਹਿੰਦੀ ਵੀ ਤੁਸੀਂ ਸਾਨੂੰ ਸਾਡਾ ਕੰਮ ਹੋ ਗਿਆ। ਇਹ ਕੁੜੀ ਰਮਨ ਕਹਿੰਦੀ ਵੀ ਦੱਸੋ ਜੀ ਕਿਹੜਾ? ਉਹ ਕਹਿੰਦੀ ਅਖੇ ਪੈਸਿਆਂ ਵਾਲਾ। ਅਖੇ ਨਹੀਂ ਜੀ, ਉਹ ਤਾਂ ਦੂਜਾ ਹੋ ਗਿਆ, ਪਰ ਸਾਨੂੰ ਅਕਾਊਂਟ ਨੰਬਰ ਦੇ ਦਿਓ। ਇਹ ਰਮਨ ਬੋਲਦੀ ਹੈ ਵੀ ਸਾਨੂੰ ਅਕਾਊਂਟ ਨੰਬਰ ਦਿਓ। ਉਹ ਕਹਿੰਦੀ ਮੈਂ ਅਕਾਊਂਟ 'ਚ ਨਹੀਂ ਪਾਉਣੇ, ਅਸੀਂ ਤੁਹਾਡੇ ਤੋਂ ਕੈਸ਼ ਲੈਣੇ ਆ। ਇਹ ਸਾਡੇ ਕੋਲ ਰਿਕਾਰਡਿੰਗ ਹੈ, ਬਕਾਇਦਾ ਸਾਡੀ ਰਿਕਾਰਡਿੰਗ ਇਹ ਟੀਵੀ ਤੇ ਐਡ ਕੀਤੀ ਜਾਵੇ। ਇਹ 2018 ਦੀ ਗੱਲ ਹੈ? ਹਾਂਜੀ, 2018 ਦੀ ਗੱਲ। ਹਾਂਜੀ, 4-5 ਮੰਥ ਇੱਕ ਪਹਿਲਾਂ ਤੁਹਾਨੂੰ ਤੁਹਾਡੇ ਕੋਲੇ ਉਹ ਵੀ ਰਿਕਾਰਡਿੰਗ ਆ ਜਿਹਦੇ ਤੁਹਾਤੋਂ ਸਕਾਰਪੀਓ ਗੱਡੀ ਜਾਂ ਪੈਸਿਆਂ ਦੀ ਮੰਗ ਹੁੰਦੀ ਹੈ? ਨਹੀਂ, ਉਹ ਨਹੀਂ, ਮਤਲਬ ਉਹ ਨਹੀਂ ਹੈਗੀ, ਇਹ ਵਾਲੀ ਹੈ ਕਿ ਹਾਂਜੀ। ਮੋਰ ਤਾਂ ਸਾਡੇ ਫੋਨ ਤੇ ਗੱਲ ਹੀ ਨਹੀਂ ਕਰਦੇ। ਹਾਂਜੀ, ਫਿਰ ਤਾਂ ਗੱਲ ਕਰਦੇ ਹੀ ਨਹੀਂ ਸੀ। ਇਹਨੂੰ ਪਤਾ ਲੱਗ ਗਿਆ ਵੀ ਇਹ ਰਿਕਾਰਡ ਕਰਦੇ, ਫੋਨ ਕਿਤੇ ਗੱਲ ਕਰਨੋਂ ਹਟ ਗਏ, ਸਾਡੇ ਫੋਨ ਤੇ ਨਹੀਂ ਗੱਲ ਕਰਦੇ ਸੀ। ਤੇ ਉਹ ਪੈਸਿਆਂ ਨਾਲ ਉਹ ਬਾਹਰ ਜਾ ਕੇ ਆਉਂਦੇ ਨੇ? ਹਾਂਜੀ, ਉਹ ਪੈਸੇ ਨਾਲ। ਹਾਂਜੀ, ਉਹਦੇ ਪਾਪਾ ਦਾ ਤੇ ਮੰਮਾ ਦਾ ਵੀਜ਼ਾ ਲੱਗਾ ਸੀ, ਮੰਮੀ ਤੇ ਨਾਲ ਹੀ ਚਲੇ ਗਏ, ਤੇ ਪਾਪਾ ਉਦੋਂ ਬਾਅਦ ਜਦੋਂ ਅਸੀਂ ਪੈਸੇ ਦਿੱਤੇ ਉਦੋਂ ਬਾਅਦ। ਹਾਂਜੀ, ਇਹ ਜਦੋਂ ਬਾਹਰ ਚਲੇ ਗਏ ਜੀ ਤੇ ਇਹ ਵਿਨੀਪੈਗ ਚਲੇ ਗਏ। ਵਿਨੀਪੈਗ ਜਾ ਕੇ ਇਹ ਮਹੀਨਾ ਰਹੇ ਆ। ਮਹੀਨਾ ਰਹਿ ਕੇ ਤੇ ਉਸ ਤੋਂ ਬਾਅਦ ਇਹਨਾਂ ਦੇ ਮਗਰ ਹੀ ਮੈਂ ਚਲਿਆ ਗਿਆ ਬਾਹਰ, ਮੈਂ ਤੇ ਮੇਰੀ ਵਾਈਫ ਜੀ। ਅਸੀਂ ਵਿਨੀਪੈਗ ਪਹੁੰਚ ਗਏ, ਬੇਟੇ ਦੋਨੇ ਵਿਨੀਪੈਗ ਸੀ। ਤੁਹਾਡੇ ਬੇਟੇ ਵੀ ਵਿਨੀਪੈਗ? ਹਾਂਜੀ, ਪਹਿਲਾਂ ਵਿਨੀਪੈਗ ਸੀ, ਹੁਣ ਅਸੀਂ ਕੈਲਗਰੀ ਹਾਂ ਸ਼ਿਫਟ ਹੋ ਗਏ। ਪਰ ਵਿਨੀਪੈਗ ਜਦੋਂ ਅਸੀਂ ਚਲੇ ਗਏ ਤੇ ਅਸੀਂ ਉੱਥੇ ਸਾਰ ਰਹੇ ਹਾਂ ਜੀ। ਤੇ ਅਸੀਂ ਉੱਥੇ ਮੈਂ ਇਹਨਾਂ ਦੀ ਪੜਤਾਲ ਕੀਤੀ। ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਮੱਸਾ ਸਿੰਘ ਵਿਨੀਪੈਗ ਆ ਗਿਆ, ਵੀ ਸਾਡੇ ਨਾਲ ਕੋਈ ਗੱਲ ਨਾ ਕਰੇ, ਇਹ ਉੱਥੋਂ ਦੋਨੇ ਹੀ ਕੈਲਗਰੀ ਚਲੇ ਗਏ। ਜਦੋਂ ਦੋਨੇ ਜੀ ਇਹ ਕੈਲਗਰੀ ਚਲੇ ਗਏ ਤੇ ਉੱਥੇ ਮੈंने ਭਾਲ ਕੀਤੀ ਤੇ ਮੈਨੂੰ ਇਹ ਨਹੀਂ ਮਿਲੇ, ਤੇ ਮਨਪ੍ਰੀਤ ਵੀ ਨਹੀਂ ਮਿਲਿਆ। ਮੈਂ ਕੋਸ਼ਿਸ਼ ਕੀਤੀ ਤੇ ਮੈਂ ਉੱਥੇ 1-2 ਬੰਦੇ ਨੂੰ ਪੁੱਛਿਆ, ਤੇ ਮੈਨੂੰ ਸਰੀ ਮੇਰੇ ਚਾਚਾ ਜੀ ਦਾ ਲੜਕਾ ਹੈ, ਜਿਹੜਾ ਹੁਣ ਸਾਡਾ ਮੌਜੂਦਾ ਸਰਪੰਚ ਆ, ਉਹਦਾ ਵੱਡਾ ਭਾਈ ਸਰੀ 'ਚ ਹੈ। ਮੈਨੂੰ ਉਹਨੇ ਦੱਸਿਆ, ਕਹਿੰਦਾ ਵੀ ਅਮਰਜੀਤ ਤੇ ਅਮਰਜੀਤ ਦੀ ਵਾਈਫ ਤਾਂ ਇੱਥੇ ਸਰੀ ਆ ਗਏ ਆ। ਸਾਡੀ ਗੱਲ ਹੁੰਦੀ ਰਹਿੰਦੀ ਸੀ। ਤੇ ਮੈਂ ਆਪਣੇ ਬੇਟੇ ਨੂੰ ਲੈ ਕੇ ਗੱਡੀ ਤੇ ਅਸੀਂ ਬਾਈ ਰੋਡ ਗਏ। ਅਸੀਂ ਇੱਕ ਦਿਨ ਚੱਲੇ, ਰਾਤ ਆ ਕੇ ਕੈਲਗਰੀ ਰਹੇ ਆਪਦੇ ਰਿਸ਼ਤੇਦਾਰਾਂ ਕੋਲੇ। ਇਹ ਦੂਜੇ ਦਿਨ ਚੱਲੇ, ਅਸੀਂ ਸ਼ਾਮ ਨੂੰ ਅਸੀਂ ਸਰੀ ਪਹੁੰਚ ਗਏ। ਜਾਣੀ ਕਿ ਇਹ ਘੱਟੋ ਘੱਟ ਉੱਥੋਂ 2200 ਕਿਲੋਮੀਟਰ ਹੈ ਜੀ। ਤੇ ਅਸੀਂ ਇੱਥੇ ਰਹੇ ਆ, ਫਿਰ 2 ਮਹੀਨੇ ਨੂੰ ਮੈਂ ਰਿਹਾ, ਮੈਨੂੰ ਛੱਡ ਕੇ ਚਲੇ ਗਈ ਬੇਟਾ। ਤੇ ਉੱਥੇ ਅਸੀਂ ਗੁਰਦੁਆਰਾ ਸਾਹਿਬ ਇਕੱਠੇ ਹੋਏ। ਇਹ ਸਾਨੂੰ ਘਰ ਨਹੀਂ ਲੱਭ ਰਿਹਾ ਸੀ। ਬਾਅਦ ਦੇ ਵਿੱਚ ਪਤਾ ਲੱਗਾ ਗੁਰਦੁਆਰੇ ਸਾਡੇ ਬਾਬਾ ਮਾਂ ਦਾ ਹੀ ਬਰਸੀ ਮਨਾਉਂਦੇ। ਸਾਡੇ ਪਿੰਡ ਵਾਲੇ ਜਿਵੇਂ ਆਪਣੇ ਆਮ ਪਿੰਡਾਂ ਵਾਲੇ ਉੱਥੇ ਬਾਹਰ ਬਰਸੀ, ਆਪਦੇ ਪਿੰਡ ਦੇ ਕੋਈ ਵੀ ਮਹਾਂਪੁਰਸ਼ ਹੁੰਦੇ ਉਹਨਾਂ ਦਾ ਦਿਨ ਮਨਾ ਲੈਂਦੇ ਆ। ਉੱਥੇ ਅਸੀਂ ਇਹ ਉੱਥੇ ਆ ਗਿਆ, ਉੱਥੇ ਇਕੱਠੇ ਹੋ ਗਏ। ਫਿਰ ਮੈਂ ਇਹਨੂੰ ਉੱਥੇ ਗੁਰਦੁਆਰੇ ਭਾਲਿਆ। ਮੈਂ ਕਿਹਾ ਵੀ ਆਪਾਂ ਗੁਰੂ ਘਰ ਬੈਠੇ ਹਾਂ, ਉੱਥੇ ਵੀ ਗੁਰੂ ਘਰ ਬੈਠੇ ਸੀ। ਮੈਂ ਕਿਹਾ ਅਮਰਜੀਤ
ਵੀ ਜੇ ਤੂੰ ਵੀ ਸੱਚਾ ਮੈਂ ਵੀ ਸੱਚਾ, ਵੀ ਤੂੰ ਨਾ ਉਹ ਕੁੜੀ ਨੂੰ ਫੈਲ ਲਾਤੀ। ਕੁੜੀ ਜੀ ਫੈਲ ਲਾਈ ਹੈ। ਕਹਿੰਦਾ ਜੀ ਕਿਹੜੀ ਫੈਲ? ਮੈਂ ਕਿਹਾ ਯਾਰ ਕਮਾਲ ਹੋ ਗਈ, ਤੈਨੂੰ ਫੈਲ ਦੇ ਨਹੀਂ ਪਤਾ, ਤੂੰ ਤਾਂ ਪੈਸੇ ਵੀ ਯਾਰ ਤੈਨੂੰ ਉਹਨਾਂ ਨੇ ਦੇਤੇ, ਉਹ ਵੀ ਡਾਲਰਾਂ 'ਚ ਲੈ ਲਏ, ਤੇ ਤੂੰ ਉਹਨਾਂ ਫੈਲ ਕਿਹੜੀ? ਕਹਿੰਦਾ ਕਿ ਸਾਡੇ ਜਵਾਕ ਨਹੀਂ ਮੰਨਦੇ। ਮੈਂ ਕਿਹਾ ਅਮਰਜੀਤ ਜੇ ਜਵਾਕ ਨਹੀਂ ਮੰਨਦੇ, ਇਹਦੇ ਵਿੱਚ ਇਹ ਗੱਲ ਹੈ ਵੀ ਮੇਰੀ ਬੇਨਤੀ ਆ, ਗੁਰੂ ਘਰ ਬੈਠੇ ਆ, ਕੱਲ੍ਹ ਨੂੰ ਉਹਨਾਂ ਨੇ ਕੋਈ ਕਾਰਵਾਈ ਕੀਤੀ ਤੇ ਇਹਦਾ ਜ਼ਿੰਮੇਵਾਰ ਤੂੰ ਹੋਏਗਾ। ਮੈਨੂੰ ਉਹਦਾ ਜਿਹੜੀ ਮਰਜ਼ੀ ਕਰ ਲੈਣ, ਭਾਈਆਂ ਨੂੰ ਆਣ ਇੱਕੋ ਜਿਹੇ ਹੁੰਦੇ ਆ। ਮੈਂ ਕਿਹਾ ਫਿਰ ਮੈਨੂੰ ਸੱਚ ਕਹਿਣਾ ਪੈਣਾ, ਵਿੱਚ ਹੋਣ ਦੇ ਨਾਤੇ ਮੈਂ ਝੂਠ ਨਹੀਂ ਮਾਰਨਾ, ਭਾਵੇਂ ਮੇਰੀ ਜਾਨ ਚਲੀ ਜਾਵੇ, ਜਿੱਥੇ ਮਰਜ਼ੀ ਕਢਾਉਣਾ ਮੈਂ ਸੱਚ ਕਹੂੰਗਾ। ਕਹਿੰਦਾ ਜਦੋਂ ਤੂੰ ਕੋਈ ਗਵਾਹੀ ਦੇਂਗਾ ਜਾਂ ਸੱਚ ਕਹੇਗਾ ਉਦੋਂ ਤੇਰੇ ਨਾਲ ਵੇਖ ਲਾਂਗੇ। ਤੇ ਜਿਹਦਾ ਕਿ ਮੇਰੇ ਤੇ ਹੁਣ ਝੂਠੀਆਂ ਦਰਖਾਸਤਾਂ, ਕੁੜੀ ਤੋਂ ਆਪਦੇ ਕੁੜੀ 'ਚ ਲੀੜੇ ਪਾੜ ਕੇ ਮੇਰੇ ਤੇ ਦਰਖਾਸਤ ਦਿੱਤੀ ਵੀ ਇਹ ਮੇਰੀ ਬੇਟੀ ਜੀ ਨੇ ਬੇਇੱਜ਼ਤੀ ਕੀਤੀ, ਬਾਂਹ ਫੜ ਲਈ। ਜਦੋਂ ਪਿੰਡ 'ਚ ਸਾਰਾ ਛਾਣਬੀਣ ਨਹੀਂ ਕੀਤੀ, ਕੋਈ ਸੱਚ ਸਾਹਮਣੇ ਨਹੀਂ ਆਇਆ। ਉਹ ਸਾਰੀਆਂ ਦਰਖਾਸਤਾਂ ਦਾਖਲ ਦਫ਼ਤਰ ਹੋਈਆਂ, ਜਿਹੜੀਆਂ ਕਿ ਮੈਂ ਆਰਟੀ ਪਾ ਕੇ ਲੈ ਕੇ ਮੇਰੇ ਕੋਲੇ ਪ੍ਰੂਫ ਪਏ ਆ। ਇਹ ਜਿਹੜੀ ਗੁਰਦੁਆਰਾ ਸਾਹਿਬ ਵਾਲੀ ਗੱਲ ਹੈ ਬਾਹਰ ਕੈਲਗਰੀ 'ਚ ਤੁਹਾਡੇ ਨਾਲ ਹੋਈ? ਕੈਲਗਰੀ ਹੋਈ, ਉੱਥੇ ਬਾਹਰ ਕੈਲਗਰੀ ਗੁਰਦੁਆਰੇ ਇਹਨਾਂ ਨੂੰ ਮੈਂ ਬੇਨਤੀ ਕੀਤੀ ਇਸ ਚੀਜ਼ ਬਾਰੇ ਵੀ। ਇਹ ਕਹਿੰਦੇ ਨੇ ਸਾਨੂੰ ਤਾਂ ਕਹਿੰਦੇ ਜੀ, ਇਹ ਕਹਿੰਦੇ ਹਰਿਮੰਦਰ ਸਾਹਿਬ ਸਿਰ ਤੇ ਚੱਕ ਲੈਣਗੇ, ਪਰ ਜੇ ਇਹ ਗੱਲ ਝੂਠ ਹੈ ਤੇ ਇਹ ਗੁਰੂ ਮਹਾਰਾਜ ਦੇ ਮੂਹਰੇ ਖੜ ਕੇ ਕਹਿ ਦੇਣ ਵੀ ਮੱਸਾ ਸਿੰਘ ਝੂਠ ਮਾਰਦਾ। ਇਹ ਗੱਲ ਸੱਚ ਹੈ। ਸੋ ਇਹ ਤੁਸੀਂ ਸਾਰਾ ਮਾਮਲਾ ਸੀ, ਜੋ ਇਹ ਸਾਰਾ ਮਾਮਲਾ ਤੁਹਾਡੇ ਅੱਗੇ ਆ। ਅਸੀਂ ਦੂਸਰਾ ਜਿਹੜਾ ਪੱਖ ਆ ਉਹ ਵੀ ਉਹਨਾਂ ਦੇ ਨਾਲ ਕੰਟੈਕਟ ਕਰਾਂਗੇ, ਉਹ ਵੀ ਰੱਖਣ ਦੀ ਕੋਸ਼ਿਸ਼ ਕਰਾਂਗੇ। ਪਰ ਪੰਜਾਬ ਦੇ ਵਿੱਚ ਅਜਿਹੇ ਮਾਮਲੇ ਅਨੇਕਾਂ ਹੀ ਆ ਰਹੇ ਨੇ ਤੇ ਅਸੀਂ ਵੀ ਦਰਖਾਸਤ ਕਰਦੇ ਹਾਂ ਸਰਕਾਰ ਦੇ ਮੂਹਰੇ, ਪ੍ਰਸ਼ਾਸਨ ਦੇ ਮੂਹਰੇ, ਜਾਂ ਮਹਿਲਾ ਕਮਿਸ਼ਨ ਤੱਕ ਇਹ ਵੀ ਪਹੁੰਚ ਕਰ ਰਹੇ ਨੇ। ਜੋ ਵੀ ਇਹਨਾਂ ਦੀ ਮਦਦ ਕਰ ਸਕਦਾ ਉਹ ਇਹਨਾਂ ਦੀ ਮਦਦ ਜ਼ਰੂਰ ਕਰੇ। ਅਸੀਂ ਦੂਸਰਾ ਪੱਖ ਵੀ ਆਪਣੇ ਚੈਨਲ ਦੇ ਉੱਤੇ ਦਿਖਾਵਾਂਗੇ। ਤੁਸੀਂ ਆਪਣਾ ਸਮਾਂ ਦਿੱਤਾ, ਧੰਨਵਾਦ ਜੀ।